ਨਵਾਂ ਚੈਨਲ ਲੋਟਸ ਟੀਵੀ ਦੇ ਨਾਮ ਨਾਲ ਦਰਸ਼ਕਾਂ ਦੇ ਰੂਬਰੂ ਕੀਤਾ ਜਾ ਰਿਹਾ ਹੈ। ਸਾਨੂੰ ਪੂਰਨ ਆਸ ਹੈ ਕਿ ਦਰਸ਼ਕ ਲੋਟਸ ਟੀਵੀ ਚੈਨਲ ਨੂੰ ਤਨ ਮਨ ਅਤੇ ਧਨ ਨਾਲ ਸਹਿਯੋਗ ਦੇਣਗੇ। ਆਪ ਜੀ ਦੇ ਸਹਿਯੋਗ ਨਾਲ ਲੋਟਸ ਟੀਵੀ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇਗਾ। ਕੁਝ ਸਮੇਂ ਵਾਸਤੇ ਲੋਟਸ ਟੀਵੀ ਦਾ ਪ੍ਰਸਾਰਨ DM ਗਲੋਬਲ ਮੈਨਚੈਸਟਰ ਦੇ ਸਟੂਡੀਓ ਤੋਂ ਹੋਇਆ ਕਰੇਗਾ। ਲੋਟਸ ਟੀਵੀ ਦਾ ਆਪਣਾ ਸਟੂਡੀਓ ਤਕਰੀਬਨ ਤਿਆਰ ਹੈ। ਫਾਈਬਰ ਦਾ ਕਨੈਕਸ਼ਨ ਮਿਲਣ ਤੇ ਡਾਕਟਰ ਅੰਬੇਡਕਰ ਬੁੱਧਿਸਟ ਸੈਂਟਰ ਵੁਲਵਰਹੈਂਪਟਨ ਤੋਂ ਪ੍ਰਸਾਰਨ ਹੋਇਆ ਕਰੇਗਾ। ਉਸ ਦਿਨ ਸਟੂਡੀਓ ਦਾ ਉਦਘਾਟਨ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾਵੇਗਾ। ਜ਼ਮਾਨਾ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ। ਇਲੈਕਟ੍ਰੋਨਿਕ ਮੀਡੀਆ ਸਾਰੀ ਦੁਨੀਆ ਤੇ ਹਾਵੀ ਹੋ ਚੁੱਕਿਆ ਹੈ। ਜ਼ਮਾਨੇ ਦੇ ਨਾਲ ਚੱਲਣ ਵਾਸਤੇ ਹਰ ਸਮਾਜ ਵਾਸਤੇ ਇਲੈਕਟ੍ਰੋਨਿਕ ਮੀਡੀਆ ਉਸ ਦੀ ਜ਼ਰੂਰਤ ਬਣ ਗਿਆ ਹੈ। ਇਸ ਜ਼ਰੂਰਤ ਨੂੰ ਮੱਦੇਨਜ਼ਰ ਰੱਖਦਿਆਂ ਹੀ ਲੋਟਸ ਟੀਵੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਸ ਸਮਾਜ ਨੂੰ ਸਦੀਆਂ ਤੋਂ ਗਿਆਨ ਤੋਂ ਵਾਂਝਾ ਰੱਖਿਆ ਗਿਆ ਸੀ, ਜਿਸ ਦੀ ਗੁਲਾਮੀ ਅਤੇ ਕੰਗਾਲੀ ਦਾ ਕਾਰਨ ਹੀ ਵਿੱਦਿਆ ਦਾ ਨਾਂ ਹੋਣਾ ਬਣਿਆ ਹੈ, ਉਸ ਸਮਾਜ ਨੂੰ ਐਜੂਕੇਟ ਕਰਨ ਵਾਸਤੇ, ਉਸ ਦੇ ਜੀਵਨ ਮਿਆਰ ਨੂੰ ਉੱਚਾ ਚੱਕਣ ਵਾਸਤੇ ਇਨਸਾਨੀ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਉਣਾ, ਅੰਧ ਵਿਸ਼ਵਾਸ ਦੇ ਹਨੇਰੇ 'ਚੋਂ ਬਾਹਰ ਕੱਢ ਕੇ ਚਾਨਣ ਵਿੱਚ ਖੜਿਆਂ ਕਰਕੇ ਉਸ ਨੂੰ ਮੌਕਾ ਪ੍ਰਦਾਨ ਕਰਨਾ ਕਿ ਉਹ ਆਪਣੀ ਮੰਜ਼ਿਲ ਨੂੰ ਤੈਅ ਕਰਨ ਦਾ ਰਸਤਾ ਆਪਣੀ ਮਰਜ਼ੀ ਨਾਲ ਚੁਣੇ। ਕਿਸੇ ਦੇ ਦਬਾਅ ਥੱਲੇ ਜਾਂ ਭੇਡਾਂ ਬੱਕਰੀਆਂ ਦੀ ਤਰ੍ਹਾਂ ਘੁੰਮਣ ਘੇਰੀਆਂ ਵਿੱਚ ਹੀ ਜੀਵਨ ਬਰਬਾਦ ਨਾ ਕਰੇ। ਕਿਸੇ ਵੀ ਚੰਗੇ ਸਮਾਜ ਦੀ ਸ਼ੁਰੂਆਤ ਇਤਿਹਾਸ ਦੀ ਸਿੱਖ ਤੋਂ ਹੀ ਹੋਇਆ ਕਰਦੀ ਹੈ। ਮਹਾਂਪੁਰਸ਼ਾਂ ਦਾ ਇਤਿਹਾਸ ਚੰਗੀ ਸਭਿਅਤਾ ਦਾ ਮੁੱਢ ਬੰਨ੍ਹਦਾ ਹੈ। ਇਤਿਹਾਸ ਦੇ ਪੰਨਿਆਂ ਨੂੰ ਫਰੋਲ ਕੇ ਸਮਾਜ ਦੇ ਅੱਗੇ ਵਿਚਾਰ ਗੋਚਰੀ ਕਰਨਾ ਲੋਟਸ ਟੀਵੀ ਦਾ ਪਹਿਲਾ ਮੁੱਦਾ ਹੋਵੇਗਾ। ਤਥਾਗਤ ਬੁੱਧ, ਸੰਤ ਸਮਾਜ ਦੇ ਕ੍ਰਾਂਤੀਕਾਰੀ ਮਹਾਂਪੁਰਸ਼ ਮਹਾਤਮਾ ਜੋਤੀ ਰਾਓ ਫੂਲੇ, ਸ਼ਾਹੂ ਜੀ ਮਹਾਰਾਜ, ਗਿਆਨ ਦੇ ਪ੍ਰਤੀਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ, ਰਾਮਾ ਸਵਾਮੀ ਨਾਇਕਰ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਫਿਲਾਸਫੀ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਕੰਮ ਲੋਟਸ ਟੀਵੀ ਚੈਨਲ ਦੇ ਮਾਧਿਅਮ ਤੋਂ ਕੀਤਾ ਜਾਵੇਗਾ। ਸ਼ੁਰੂ ਵਿੱਚ ਲੋਟਸ ਟੀਵੀ ਹਫ਼ਤੇ ਵਿੱਚ 2 ਦਿਨ ਵਾਸਤੇ ਸ਼ੁਰੂ ਕੀਤਾ ਜਾ ਰਿਹਾ ਹੈ। ਚੈਨਲ ਸਕਾਈ 799 ਨੰਬਰ 'ਤੇ ਹਰ ਐਤਵਾਰ ਸਵੇਰੇ 11 ਤੋਂ 12 ਵਜੇ ਇੰਗਲੈਂਡ ਟਾਈਮ ਨਾਲ ਪ੍ਰਸਾਰਨ ਹੋਵੇਗਾ। ਹਰ ਬੁੱਧਵਾਰ ਸ਼ਾਮੀ 5 ਤੋਂ 6 ਵਜੇ ਇੰਗਲੈਂਡ ਟਾਈਮ ਨਾਲ ਪ੍ਰਸਾਰਨ ਹੋਵੇਗਾ। ਆਪ ਜੀ ਦੇ ਸਹਿਯੋਗ ਨੂੰ ਮੱਦੇਨਜ਼ਰ ਰੱਖਦਿਆਂ ਜਲਦੀ ਹੀ ਇਸ ਨੂੰ 7 ਦਿਨ ਕਰਨ ਦੀ ਪਲਾਨਿੰਗ ਹੈ। ਅਸੀਂ ਕੁਆਲਿਟੀ ਨਾਲੋਂ ਕੁਆਂਟਿਟੀ ਨਾਲੋਂ ਕੁਆਲਿਟੀ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਾਂ। ਇਸ ਲਈ ਪ੍ਰੋਗਰਾਮ ਦੀ ਕੁਆਲਿਟੀ ਦਾ ਖਾਸ ਖਿਆਲ ਰੱਖਿਆ ਜਾਵੇਗਾ। ਸਾਨੂੰ ਇਸ ਗੱਲ ਦਾ ਵੀ ਅਨੁਭਵ ਹੈ ਕਿ ਇੰਗਲੈਂਡ ਅਤੇ ਯੂਰਪ ਵਰਗੇ ਦੇਸ਼ਾਂ ਵਿੱਚ ਜ਼ਿੰਦਗੀ ਮਸ਼ੀਨ ਦੀ ਤਰ੍ਹਾਂ ਤੇਜ਼ੀ ਨਾਲ ਭੱਜ ਰਹੀ ਹੈ। ਹਰ ਇੱਕ ਦੇ ਪਾਸ ਵਕਤ ਹੀ ਨਹੀਂ ਹੈ। ਲੋਕ ਬੜੀ ਮੁਸ਼ਕਲ ਨਾਲ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਵਕਤ ਕੱਢ ਕੇ ਟੈਲੀਵਿਜ਼ਨ ਦੇਖਦੇ ਹਨ। ਇਸ ਸੱਚਾਈ ਨੂੰ ਆਧਾਰ ਮੰਨ ਕੇ ਘੱਟ ਤੋਂ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਇਨਫੋਰਮੇਸ਼ਨ ਆਪ ਜੀ ਪਾਸ ਪਹੁੰਚਾਉਣਾ ਲੋਟਸ ਟੀਵੀ ਦਾ ਲਕਸ਼ ਹੋਵੇਗਾ। ਇੱਥੇ ਇੱਕ ਗੱਲ ਮੈਂ ਹੋਰ ਸਾਫ਼ ਕਰ ਦੇਣੀ ਚਾਹੁੰਦਾ ਹਾਂ ਕਿ ਲੋਟਸ ਟੀਵੀ ਦਾ ਕਿਸੇ ਹੋਰ ਟੀਵੀ ਚੈਨਲ, ਰੇਡੀਓ ਜਾਂ ਅਖਬਾਰ ਨਾਲ ਕੋਈ ਕੰਪੀਟੀਸ਼ਨ ਨਹੀਂ ਹੈ। ਅਸੀਂ ਹਰ ਉਸ ਅਦਾਰੇ ਦਾ ਜੋ ਬਹੁਜਨ ਸਮਾਜ ਨੂੰ ਜਾਗਰਤ ਕਰਨ ਲਈ ਆਪਣਾ ਯੋਗਦਾਨ ਪਾ ਰਿਹਾ ਹੈ, ਉਸ ਦਾ ਸਤਿਕਾਰ ਕਰਦੇ ਹਾਂ ਅਤੇ ਕਰਦੇ ਰਹਾਂਗੇ। ਬੁੱਧਿਸਟ ਇੰਟਰਨੈਸ਼ਨਲ ਮੀਡੀਆ ਪੂਰੀ ਇਮਾਨਦਾਰੀ ਨਾਲ
ਬਹੁਜਨ ਸਮਾਜ ਨੂੰ ਜਾਗਰੂਕ ਕਰਨ ਵਾਸਤੇ ਤਥਾਗਤ ਬੁੱਧ ਅਤੇ ਗਿਆਨ ਦੇ ਪ੍ਰਤੀਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਫਲਸਫਾ ਅਤੇ ਹੋਰ ਵੀ ਯੂਨੀਵਰਸਲ ਸੱਚਾਈ ਦਾ ਪ੍ਰਸਾਰ ਕਰਨ ਵਾਲੇ ਅਦਾਰੇ ਹਨ ਜੋ ਇਨਸਾਨਾਂ ਵੱਲੋਂ ਆਪਣੀ ਸਵਾਰਥ ਲਈ ਬਣਾਏ ਝੂਠ ਮੂਠ ਦੇ ਮਿਥਿਹਾਸ ਨੂੰ ਨਕਾਰਦੇ ਹਨ ਨੂੰ ਆਪ ਜੀ ਤੱਕ ਪਹੁੰਚਾਉਣ ਲਈ ਵਚਨਬੱਧ ਹੋਵੇਗਾ। ਅਸੀਂ ਸਮਾਜ ਨੂੰ ਸਮਾਜਿਕ, ਸੱਭਿਆਚਾਰਕ, ਵਿਦਿਅਕ, ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਭਾਈਚਾਰਕ ਪੱਖਾਂ ਤੋਂ ਜਾਣੂ ਕਰਵਾਉਣ ਦਾ ਉਪਰਾਲਾ ਕਰਾਂਗੇ। ਸਮਾਜ ਵਿੱਚ ਆਈਆਂ ਕੁਰੀਤੀਆਂ ਨੂੰ ਸੁਧਾਰਨ ਵਾਸਤੇ ਵਿਚਾਰ ਗੋਸ਼ਟੀਆਂ ਕਰਕੇ ਲੋਕਾਂ ਦੀ ਸਹਿਮਤੀ ਨਾਲ ਸੁਧਾਰ ਕਰਨ ਦਾ ਉਪਰਾਲਾ ਕੀਤਾ ਜਾਵੇਗਾ। ਅੰਧ ਵਿਸ਼ਵਾਸ ਦੀ ਅੰਧੇਰਗਰਦੀ ਵਿੱਚ ਫਸੇ ਭੈਣਾਂ ਭਰਾਵਾਂ ਨੂੰ ਹਨੇਰੇ ਵਿੱਚੋਂ ਕੱਢ ਕੇ ਚਾਨਣ ਵਿੱਚ ਖੜਿਆਂ ਕਰਕੇ ਅਸਲੀਅਤ ਦਾ ਅਹਿਸਾਸ ਕਰਾਇਆ ਜਾਵੇਗਾ। ਮਨੁੱਖੀ ਕਦਰਾਂ ਕੀਮਤਾਂ ਦੇ ਅਹਿਸਾਸ ਨੂੰ ਸਮਝਦਿਆਂ ਸਮਾਜ ਵਿੱਚ ਜਿਉਣ ਵਾਸਤੇ ਆਤਮ ਵਿਸ਼ਵਾਸ ਅਤੇ ਮਾਣ ਸਨਮਾਨ ਨਾਲ ਜਿਉਣ ਦਾ ਮਾਦਾ ਪੈਦਾ ਕੀਤਾ ਜਾਵੇਗਾ। ਸਾਡੇ ਪੁਰਜਵਾਂ ਦੀ ਸਦੀਆਂ ਤੋਂ ਗੁਲਾਮੀ ਦੀ ਜ਼ਿੰਦਗੀ ਜਿਉਣ ਕਰਕੇ ਮਾਨਸਿਕ ਤੌਰ 'ਤੇ ਦਿਲਾਂ ਵਿੱਚ ਜੋ ਡਰ ਅਤੇ ਕਾਇਰਤਾ ਪੈਦਾ ਕੀਤੀ ਗਈ ਸੀ, ਇਤਿਹਾਸ ਅਤੇ ਗਿਆਨ ਦੇ ਬਲਬੂਤੇ ਨਾਲ ਉਸ ਡਰ ਅਤੇ ਕਾਇਰਤਾ ਨੂੰ ਖਤਮ ਕਰਨ ਦੀ ਗੁੜਤੀ ਦਿੱਤੀ ਜਾਵੇਗੀ। ਸਾਇੰਸ ਦੇ ਇਸ ਯੁੱਗ ਵਿੱਚ, ਇਸ ਬ੍ਰਹਿਮੰਡ ਵਿੱਚ ਪ੍ਰਕਿਰਤੀ ਦੀਆਂ ਜੋ ਗਤੀਵਿਧੀਆਂ ਚੱਲ ਰਹੀਆਂ ਹਨ, ਉਹਨਾਂ ਦੀ ਜਾਣਕਾਰੀ ਨਾਲ ਬਹੁਜਨ ਸਮਾਜ ਦੇ ਮਨੋਬਲ ਨੂੰ ਮਜ਼ਬੂਤ ਕੀਤਾ ਜਾਵੇਗਾ। ਅੰਧ ਵਿਸ਼ਵਾਸ ਦੇ ਚੱਕਰਵਿਊਹ ਵਿੱਚੋਂ ਕੱਢ ਕੇ ਹਕੀਕਤ ਦੇ ਚਾਨਣ ਵਿੱਚ ਖੜਿਆਂ ਕਰਕੇ ਆਪਣੀ ਪਸੰਦ ਦੀ ਆਜ਼ਾਦ ਜ਼ਿੰਦਗੀ ਜਿਉਣ ਦੇ ਆਸਾਰ ਪੈਦਾ ਕੀਤੇ ਜਾਣਗੇ। ਇਹ ਕੰਮ ਅਸੀਂ ਇਕੱਲਿਆਂ ਨਹੀਂ ਕਰ ਸਕਦੇ। ਬਾਬਾ ਸਾਹਿਬ ਦੇ ਕਹਿਣ ਮੁਤਾਬਕ ਜ਼ਿੰਮੇਵਾਰੀ ਉਸ ਦੀ ਹੈ ਜਿਸ ਨੇ ਸਮਝ ਲਿਆ ਹੈ। ਜਿਸ ਨੇ ਸਮਝਿਆ ਹੀ ਨਹੀਂ, ਉਸ ਦੀ ਜ਼ਿੰਮੇਵਾਰੀ ਕੀ ਹੋ ਸਕਦੀ ਹੈ। ਇਸ ਲਈ ਆਪ ਸਭ ਦੇ ਸਹਿਯੋਗ ਦੀ ਜ਼ਰੂਰਤ ਹੈ। ਇਸ ਚੈਨਲ ਨੂੰ ਚਲਾਉਣ ਵਾਸਤੇ ਕਾਫੀ ਸਮੇਂ ਤੋਂ ਦੂਰ ਦ੍ਰਿਸ਼ਟੀ ਦੀ ਸੋਚ ਸ਼੍ਰੀ ਮਨੋਹਰ ਲਾਲ ਬਿਰਦੀ ਜੀ ਦੀ ਸੀ, ਜੋ ਕਮੇਟੀ ਦੇ ਸਹਿਯੋਗ ਨਾਲ ਅੱਜ ਪੂਰੀ ਹੋਣ ਜਾ ਰਹੀ ਹੈ। ਕਈਆਂ ਸਾਲਾਂ ਤੋਂ ਮਨੋਹਰ ਲਾਲ ਬਿਰਦੀ, ਦੇਵਲਾਲ ਸੁਮਨ ਅਤੇ ਦੀਸ਼ ਜੱਸਲ ਜੀ ਕੋਸ਼ਿਸ਼ਾਂ ਕਰ ਰਹੇ ਸਨ। IT ਦਾ ਟੈਕਨੀਕਲ ਕੰਮ, ਰਜਿਸਟ੍ਰੇਸ਼ਨਾਂ ਅਤੇ ਵੈਬਸਾਈਟ ਦੇ ਕੰਮ ਗੌਤਮ ਰੱਤੂ ਜੀ ਨੇ ਨਿਭਾਏ ਹਨ। ਦੇਵਲਾਲ ਸੁਮਨ ਜੀ ਦੀ ਮਾਲੀ ਸਹਾਇਤਾ ਤੋਂ ਬਿਨਾਂ ਇਹ ਲੋਟਸ TV ਚੱਲ ਹੀ ਨਹੀਂ ਸਕਦਾ ਸੀ। ਪੂਰੇ ਬਹੁਜਨ ਸਮਾਜ ਨਾਲ ਸੰਪਰਕ ਵਧਾਉਣ ਵਾਸਤੇ ਮੈਨੂੰ ਵੀ ਨਾਲ ਜੋੜਿਆ ਗਿਆ ਹੈ। ਆਓ ਹੁਣ ਸਭ ਰਲ ਕੇ ਲੋਟਸ ਟੈਲੀਵਿਜ਼ਨ ਨੂੰ ਅਸਮਾਨ ਦੀਆਂ ਬੁਲੰਦੀਆਂ ਤੱਕ ਪਹੁੰਚਾਉਣ ਦਾ ਸੰਕਲਪ ਕਰੀਏ। ਇਸ ਕੰਮ ਵਾਸਤੇ ਬਾਹਰਲੇ ਦੇਸ਼ਾਂ ਵਿੱਚ ਬੈਠੇ ਅੰਬੇਡਕਰੀ ਸੋਚ ਰੱਖਣ ਵਾਲੇ ਵੀਰ, ਬਹੁਜਨ ਸਮਾਜ ਦੀ ਕ੍ਰਾਂਤੀਕਾਰੀ ਸੋਚ ਰੱਖਣ ਵਾਲੇ ਵੀਰ ਜੋ ਇਟਲੀ, ਸਪੇਨ, ਗਰੀਸ, ਪੁਰਤਗਾਲ, ਫਰਾਂਸ, ਜਰਮਨੀ ਵਿੱਚ ਸੈਟਲ ਹਨ, ਤੋਂ ਤਨ, ਮਨ ਅਤੇ ਧਨ ਨਾਲ ਸਹਿਯੋਗ ਦੀ ਆਸ ਰੱਖਦੇ ਹਾਂ। ਆਓ ਅੱਗੇ ਪ੍ਰੋਗਰਾਮ ਵੱਲ ਵਧੀਏ। ਸਭ ਤੋਂ ਪਹਿਲਾਂ ਜੋ ਅੱਜ ਦੀ ਚਰਚਾ ਦੇ ਵਿੱਚ ਹਿੱਸਾ ਲੈਣ ਵਾਸਤੇ ਮੇਰੇ ਪਾਸ ਦੋ ਗੈਸਟ ਹਨ, ਤੁਹਾਡੀ ਉਹਨਾਂ ਨਾਲ ਜਾਣ ਪਹਿਚਾਣ ਕਰਾ ਦਿੱਤੀ ਜਾਵੇ। ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਦੇ ਪ੍ਰਧਾਨ ਤਰਸੇਮ ਕੌਲ ਜੀ ਹਾਜ਼ਰ ਹਨ। ਕੌਲ ਜੀ, ਸਟੂਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਥੈਂਕ ਯੂ ਚੱਲੀ ਸਾਹਿਬ। ਆਪ ਸਭ ਨੂੰ ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਉਸ ਦੇ ਨਾਲ ਹੀ ਕਮੇਟੀ ਦੇ ਮੈਂਬਰ ਪੱਤਰਕਾਰ ਸ਼੍ਰੀ ਮਨੋਹਰ ਲਾਲ ਬਿਰਦੀ ਜੀ ਹਾਜ਼ਰ ਹਨ। ਬਿਰਦੀ ਜੀ, ਸਟੂਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਚੱਲੀ ਸਾਹਿਬ, ਥੈਂਕ ਯੂ ਬਹੁਤ ਬਹੁਤ। ਲੋਟਸ TV ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਲੋਟਸ TV ਚੈਨਲ ਸ਼ੁਰੂ ਕਰਨ ਲਈ ਬਹੁਤ ਬਹੁਤ ਵਧਾਈ ਆ। ਥੈਂਕ ਯੂ ਵੈਰੀ ਮਚ। ਥੈਂਕ ਯੂ। ਸਭ ਤੋਂ ਪਹਿਲਾਂ ਦੀਵਾਨ ਮਹਿੰਦਰਾ ਵੌਇਸ ਆਫ ਇੰਡੀਆ UK ਦੇ ਵੈਲ ਨੋਨ ਸਿੰਗਰ ਵੱਲੋਂ ਤਥਾਗਤ ਬੁੱਧ ਜੀ ਦੀ ਗਾਥਾ ਸੁਣਦੇ ਹਾਂ। ਆਓ ਪਹਿਲਾਂ ਇਹ ਗਾਥਾ ਸੁਣੀਏ।
सब सुखी रहे। बुद्ध आए तो आया है ज्ञान, बुद्ध कारण है भारत महान। बुद्ध की वाणी है सब सुखी रहे, अमर कहानी है सब सुखी रहे। सुख नहीं मिल सकता गर तृष्णा का अंत नहीं है। दुख मार्ग जो बताए बुद्ध जैसा कोई संत नहीं है। सहज स्वभाव निर्मल है, बहता पानी है सब सुखी रहे, अमर कहानी है सब सुखी रहे। ना वैर विरोध किसी से, सबसे हम प्यार करें। बुद्ध की यही है शिक्षा, सबका सत्कार करें। बुद्धतम है सदी भी सच, बात से आनी है सब सुखी रहे, अमर कहानी है सब सुखी रहे। बुद्ध है एक हकीकत, कोई मिथ्यास नहीं है। बुद्ध बिना हो सकता पूर्ण इतिहास नहीं है। रब नारू की गुंझल है, किधर में परानी है सब सुखी रहे, अमर कहानी है सब सुखी रहे। बुद्ध सिखिया जो माने उसका कल्याण होएगा। कुल दुनिया को सैजल बुद्ध तम पे मान होएगा। राहत अमन देती जो बुद्ध की वाणी है सब सुखी रहे, अमर कहानी है सब सुखी रहे। बुद्ध की वाणी है सब सुखी रहे, अमर कहानी है सब सुखी रहे। बुद्ध की वाणी है सब सुखी रहे।
ਹਾਂਜੀ, ਇਹ ਸਨ ਯੂਕੇ ਦੇ ਬਹੁਤ ਹੀ ਮਸ਼ਹੂਰ ਸਿੰਗਰ ਦੀਵਾਨ ਮਹਿੰਦਰਾ ਜੀ, ਜਿਨ੍ਹਾਂ ਦੇ ਪਾਸੋਂ ਤੁਸਾਂ ਨੇ ਤਥਾਗਤ ਬੁੱਧ ਦੀ ਗਾਥਾ ਸੁਣੀ ਹੈ। ਮੈਨੂੰ ਪੂਰਨ ਆਸ ਹੈ ਕਿ ਆਪ ਜੀ ਨੂੰ ਪਸੰਦ ਆਈ ਹੋਵੇਗੀ। ਆਓ ਅੱਜ ਦੇ ਪ੍ਰੋਗਰਾਮ ਵੱਲ ਹੁਣ ਵੱਧਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਕਮੇਟੀ ਦੇ ਪ੍ਰਧਾਨ ਤਰਸੇਮ ਕੌਲ ਜੀ ਵੱਲ ਜਾ ਰਿਹਾ ਹਾਂ। ਅੱਜ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਦੇ ਕਈਆਂ ਸਾਲਾਂ ਦੇ ਸੁਪਨੇ ਨੂੰ ਜੀ ਲੋਟਸ ਟੀਵੀ ਸ਼ੁਰੂ ਕਰਕੇ ਹਕੀਕਤ ਵਿੱਚ ਬਦਲਿਆ ਹੈ। ਹਾਂਜੀ, ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅੱਜ? ਚਲੀ ਸਾਹਿਬ, ਮੈਂ ਪਰਸਨਲੀ ਬਹੁਤ ਖੁਸ਼ ਹਾਂ। ਇਹ ਮਤਲਬ ਕਦੀ ਉਮੀਦ ਵੀ ਨਹੀਂ ਇਸ ਚੀਜ਼ ਦੀ, ਸੋਚਿਆ ਵੀ ਨਹੀਂ ਸੀ ਸੁਪਨੇ 'ਚ ਵੀ ਅਸੀਂ ਕੋਈ ਟੈਲੀਵਿਜ਼ਨ ਚਲਾ ਸਕਾਂਗੇ। ਜੀ, ਬਾਬਾ ਸਾਹਿਬ ਨੇ ਕਿਹਾ ਸੀ ਕਿ ਕਾਰਮਾ ਮੈਂ ਬੜੀ ਮੁਸ਼ਕਲ ਨਾਲ ਇੱਥੋਂ ਤੱਕ ਲੈ ਕੇ ਆਇਆ, ਜੀ, ਬੜੀਆਂ ਦੁੱਖ ਤਕਲੀਫਾਂ ਸਹਿ ਕੇ ਮੈਂ ਇੱਥੋਂ ਤੱਕ ਲੈ ਕੇ ਆਇਆ, ਜੀ, ਵਿਰੋਧੀਆਂ ਨਾਲ ਲੋਹਾ ਲੈ ਕੇ ਮੈਂ ਇੱਥੋਂ ਤੱਕ ਲੈ ਕੇ ਆਇਆ। ਜੀ, ਮੈਂ ਆਪਣਾ ਪਰਿਵਾਰ, ਮੇਰੇ 4 ਬੱਚੇ ਵੀ ਇਸ ਸੰਸਾਰ ਤੋਂ ਚਲੇ ਗਏ, ਜੀ, ਮੈਂ ਫੇਰ ਵੀ ਘਬਰਾਇਆ ਨਹੀਂ। ਜੀ, ਇਸ ਮਾਨਵ ਕਲਿਆਣ ਦੇ ਕਾਰਵਾਂ ਨੂੰ ਅੱਗੇ ਲਿਜਾਣ ਲਈ ਮੈਂ ਆਪਣੀ ਜਦੋਜਹਿਦ ਜਾਰੀ ਰੱਖੀ। ਆਖਰਕਾਰ ਮੇਰੇ ਘਰ ਵਾਲੀ ਧਰਮ ਪਤਨੀ ਵੀ ਮੇਰੇ ਤੋਂ ਵਿਛੜ ਜੀ। ਗਈ। ਮੈਂ ਫਿਰ ਵੀ ਨਹੀਂ ਪਿੱਛੇ ਹਟਿਆ, ਜੀ, ਪਰ ਜੋ ਮੇਰੇ ਤੇ ਯਕੀਨ ਰੱਖਦੇ ਆ, ਮੈਂ ਉਹਨਾਂ ਨੂੰ ਇਹੋ ਹੀ ਬੇਨਤੀ ਕਰਦਾ ਹਾਂ ਕਿ ਉਹ ਇਹ ਕਾਰਵਾਂ ਜੇ ਅੱਗੇ ਨਾ ਲਿਜਾ ਸਕੇ ਤਾਂ ਇਹਨੂੰ ਕਿਸੇ ਤਰ੍ਹਾਂ ਪਿੱਛੇ ਨਹੀਂ ਜਾਣ ਜਾਣ ਦੇਣਾ। ਮੈਨੂੰ ਉਮੀਦ ਸੀ ਕਿ ਜੇ ਪੜ੍ਹਿਆ ਲਿਖਿਆ ਸਮਾਜ ਹੈ ਜੀ, ਇਸ ਨੂੰ ਅੱਗੇ ਲਿਜਾਏਗਾ, ਪਰ ਦਿਸ ਰਿਹਾ ਕਿ ਪੜ੍ਹੇ ਲਿਖੇ ਸਮਾਜ ਨੇ ਸਿਰਫ ਆਪਣਾ ਹੀ ਸੋਚਿਆ, ਆਪਣੀਆਂ ਜੋਬਾਂ ਦਾ ਸੋਚਿਆ, ਆਪਣੇ ਪੇਟ ਦਾ ਸੋਚਿਆ, ਲੇਕਿਨ ਇਹਨਾਂ ਨੇ ਜੋ ਗਰੀਬ ਸਮਾਜ ਸੀ ਇਹਨਾਂ ਦਾ, ਉਹਨਾਂ ਨੂੰ ਜਾ ਕੇ ਪੁੱਛਿਆ ਨਹੀਂ। ਜੀ, ਇਹਨਾਂ ਨੇ ਮੈਨੂੰ ਧੋਖਾ ਦਿੱਤਾ। ਜੀ, ਬਾਬਾ ਸਾਹਿਬ ਦੀ ਇਸ ਗੱਲ ਨੂੰ ਲੈ ਕੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਇੰਗਲੈਂਡ ਦੇ ਵਿੱਚ 69 'ਚ ਬਣੀ ਜੀ, ਕਿ ਅਸੀਂ ਬਾਬਾ ਸਾਹਿਬ ਤੇਰੇ ਮਿਸ਼ਨ ਨੂੰ ਅਗਰ ਅਸੀਂ ਅੱਗੇ ਨਾ ਲਿਜਾ ਸਕੇ ਤਾਂ ਪਿੱਛੇ ਅਸੀਂ ਨਾ ਹੋਣਾ। ਜੀ, ਜਦੋਂ ਦੇ ਸ਼ੁਰੂ ਕਮੇਟੀ ਪਿਛਲੇ 45 ਸਾਲ ਤੋਂ ਇੰਗਲੈਂਡ 47 ਸਾਲ ਤੋਂ ਅਸੀਂ ਇੰਗਲੈਂਡ ਦੇ ਵਿੱਚ ਅਤੇ ਦੇਸ਼ ਵਿਦੇਸ਼ ਵਿੱਚ ਕਰ ਰਹੇ ਹਾਂ। ਬਹੁਤ ਸਾਰਾ ਲੱਖਾਂ ਦੇ ਕਿਤਾਬਾਂ ਖਰੀਦ ਕੇ ਛਪਵਾ ਕੇ ਦੇਸ਼ ਵਿਦੇਸ਼ ਦੇ ਵਿੱਚ, ਯੂਕੇ ਦੇ ਵਿੱਚ, ਯੂਰਪ ਦੇ ਵਿੱਚ ਵੰਡੀਆਂ, ਜੀ, ਇੰਡੀਆ ਦੇ ਵਿੱਚ ਵੰਡੀਆਂ। ਜੀ, ਵੱਡੇ ਵੱਡੇ ਮਤਲਬ ਧਾਰਮਿਕ ਲੀਡਰ ਜਿੱਦਾਂ ਸ਼੍ਰੀਲੰਕਾ ਤੋਂ ਡਾਕਟਰ ਸਾਦਾ ਤਿਸਾ ਵਰਗੇ, ਜਾਪਾਨ ਤੋਂ ਫੀਜੀ ਗੁਰੂ ਵਰਗੇ, ਜੀ, ਥਾਈਲੈਂਡ ਤੋਂ ਮਹਾਸੰਬੂਨ ਵਰਗੇ, ਜੀ, ਬਰਮਾ ਤੋਂ ਡਾਕਟਰ ਰਵਿਤਾ ਭਾਮਾ ਵਰਗੇ, ਜੀ, ਔਰ ਇੰਡੀਆ ਤੋਂ ਪਦੰਤਨਾਥ ਕੌਸ਼ਲਿਆ ਜੀ ਵਰਗੇ ਜੀ। ਸਦਕੇ, ਔਰ ਪ੍ਰਗਿਆਸ਼ੀਲ ਔਰ ਧੰਮਾਨਾਗ ਵਰਗੇ ਸਦਕੇ ਬੁੱਧ ਧਰਮ ਦਾ ਪ੍ਰਚਾਰ ਕਮੇਟੀ ਨੇ ਕਰਾਇਆ। ਜੀ, ਔਰ ਇਸੇ ਤਰ੍ਹਾਂ ਪੋਲੀਟੀਕਲ ਲੀਡਰ ਵੀ ਸੱਦੇ ਗਏ ਆ। ਜੀ, ਉਹ ਲੋਹੇ ਰਾਮ ਬਾਲੀ ਹੁਣੀ ਪਹਿਲਾਂ ਆਏ, ਜੀ। ਬਾਬੂ ਕਾਂਸ਼ੀ ਰਾਮ ਜੀ ਬੜੇ ਤਕੜੇ, ਮਤਲਬ ਆਪਣੇ ਜਿਨ੍ਹਾਂ ਨੂੰ ਆਪਾਂ ਬਹੁਤ ਵੱਡੇ ਇਸ ਵੇਲੇ ਮੌਕੇ ਦੇ ਸਮਝ ਸਕਦੇ ਹਾਂ, ਉਹ ਵੀ ਆਪਣੇ ਕੋਲ ਲੈ ਕੇ ਆਏ। ਭੈਣ ਮਾਇਆਵਤੀ ਜੀ ਵੀ ਆਏ, ਉਦੋਂ ਪਹਿਲਾਂ ਬੀਪੀ ਮੋਰੀਆ ਵੀ ਆਏ, ਯਾਨੀ ਵਿਸ਼ਵਨਾਥ ਪ੍ਰਤਾਪ ਸਿੰਘ, ਵਿਸ਼ਵਨਾਥ ਪ੍ਰਤਾਪ ਸਿੰਘ, ਰਾਮ ਵਿਲਾਸ ਪਾਸਵਾਨ, ਇਹਨਾਂ ਲੋਕਾਂ ਨੂੰ ਸੱਦ ਕੇ ਆਪਾਂ ਬਾਬਾ ਸਾਹਿਬ ਦੇ ਮਿਸ਼ਨ ਦਾ ਕਮੇਟੀ ਨੇ ਪ੍ਰਚਾਰ ਕਰਾਇਆ। ਜੀ, ਇਹ ਸਿਰਫ ਇੱਥੇ ਪ੍ਰਚਾਰ ਹੀ ਨਹੀਂ ਕਰਾਇਆ, ਕਮੇਟੀ ਨੇ ਇੱਕ ਸਮਝ ਲਓ ਕਮੇਟੀ ਨਹੀਂ, ਇੱਕ ਕਮਿਊਨਿਟੀ ਪੈਦਾ ਕੀਤੀ ਹੈ। ਜੀ, ਇਸ ਵੇਲੇ ਬੋਲਹੈਂਪਟਨ ਦੀ ਜੋ ਕੌਂਸਲ ਹੈ ਉਹਦੇ ਵਿੱਚ 1% ਬੁੱਧਿਸਟ ਦਾ ਨਾਂ ਆ ਚੁੱਕਾ ਹੈ। ਇਹ ਕਮਿਊਨਿਟੀ ਆ। ਕਮਿਊਨਿਟੀ ਜਦੋਂ ਬਣਦੀ ਹੈ ਫਿਰ ਇਹਨੂੰ ਹਰ ਚੀਜ਼ ਦੀ ਲੋੜ ਹੁੰਦੀ ਹੈ। ਜੀ, ਕਮੇਟੀ ਨੇ ਬੁੱਧ ਵਿਹਾਰ ਪਹਿਲਾਂ ਬਣਾਇਆ ਘਰ ਲੈ ਕੇ, ਜੀ, ਉਹ ਤੋਂ ਬਾਅਦ ਇੱਕ ਜਗ੍ਹਾ ਲੈ ਕੇ ਫਿਰ ਨਵਾਂ ਇੱਕ ਸੈਂਟਰ ਤਿਆਰ ਕੀਤਾ ਜਿਹਦੇ ਵਿੱਚ ਇੱਕ ਬੁੱਧ ਵਿਹਾਰ ਹੈ, ਇੱਕ ਕਮਿਊਨਿਟੀ ਸੈਂਟਰ ਹੈ, ਮਿਊਜ਼ੀਅਮ ਹੈ, ਬਾਬਾ ਸਾਹਿਬ ਦਾ ਸਟੈਚੂ ਹੈ, ਤੇ ਹੁਣ ਉੱਥੇ ਜੋ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਉਹਦਾ ਇੱਕ ਸਟੂਡੀਓ ਵੀ ਤਿਆਰ ਕਰਨ ਜਾ ਰਹੀ ਹੈ। ਜੀ, तो मैं चली साहब बहुत खुश हाँ जो तुसी अज ये मीडिया शुरू होया है। मैं सारे संसार नूं यूके और यूरोप के सारे लोगों नूं, संसार के सारे लोगों नूं मैं अपनी वालों डॉक्टर अंबेडकर मैमोरियल कमेटी वालों लख लख बधाई दिंदा हाँ। और
ਉਮੀਦ ਰੱਖਦਾ ਹਾਂ ਕਿ ਤੁਸੀਂ ਇਸ ਨੂੰ ਵੱਧ ਚੜ੍ਹ ਕੇ ਸਹਿਯੋਗ ਦੇ ਕੇ ਇਸ ਨੂੰ ਕਾਮਯਾਬ ਕਰੋਗੇ। ਤੁਹਾਡੇ ਹਰ ਗੱਲ ਦਾ, ਤੁਹਾਡੀ ਸਲਾਹ ਅਸੀਂ ਸਾਡੇ ਖੜੇ ਮੱਥੇ ਤੇ ਹੋਊਗੀ। ਜੋ ਵੀ ਤੁਸੀਂ ਇਹਦੇ ਵਿੱਚ ਤਬਦੀਲੀ ਲਿਆਉਣਾ ਚਾਹੋਗੇ ਜਾਂ ਕੁਝ ਵੀ ਤੁਸੀਂ ਮਤਲਬ ਇਹਦੇ ਵਿੱਚ ਹੋਰ ਭਰਨਾ ਚਾਹੋਗੇ, ਅਸੀਂ ਤੁਹਾਡੇ ਨਾਲ ਆ, ਕਮੇਟੀ ਤੁਹਾਡੇ ਨਾਲ ਰਲ ਕੇ ਚੱਲੂਗੀ। ਤੁਸੀਂ ਜੋ ਕਮੇਟੀ ਜਿਹੜੀ ਆ ਉਹ ਐਜੂਕੇਸ਼ਨ ਬਾਰੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਰੱਖ ਕੇ ਹਾਂ ਝੱਲੀ ਸਾਹਿਬ, ਮੈਂ ਭੁੱਲ ਗਿਆ ਕਿ ਪੰਜਾਬ ਦੇ ਵਿੱਚ ਜੋ ਆਪਾਂ ਰਿਸੋਰਸ ਸੈਂਟਰ ਡਾਕਟਰ ਅੰਬੇਡਕਰ ਬੁੱਧਿਸਟ ਰਿਸੋਰਸ ਸੈਂਟਰ ਬਣਾਇਆ ਹੈ, ਉਹਦੇ ਵਿੱਚ ਪਿਛਲੇ 4 ਸਾਲ ਤੋਂ 5 ਸਾਲ ਤੋਂ ਸਕੂਲ ਚੱਲ ਰਿਹਾ ਹੈ। तो काफ़ी ਉਹਦੇ ਵਿੱਚ 250 ਬੱਚੇ ਪੜ੍ਹ ਰਹੇ ਹਨ ਔਰ ਬਹੁਤ ਅੱਛੀ ਤਰ੍ਹਾਂ ਚੱਲ ਰਿਹਾ ਹੈ। ਉਹਨਾਂ ਨੂੰ ਆਪਾਂ ਹਰ ਇੱਕ ਤਰ੍ਹਾਂ ਸਪੋਰਟ ਕਰਦੇ ਹਾਂ। ਇੱਥੇ ਬਸ ਨਹੀਂ, ਇਹ ਗੱਲ ਆਪਾਂ ਤੋਂ ਬਾਬਾ ਸਾਹਿਬ ਨੇ, ਮਹਾਤਮਾ ਫੂਲੇ ਜੀ ਨੇ ਕਹੀ ਸੀ ਕਿ ਐਜੂਕੇਸ਼ਨ ਤੋਂ ਬਗੈਰ ਸਾਡਾ ਸਮਾਜ ਜਿਹੜਾ ਦਬਿਆ ਕੁਚਲਿਆ ਸਮਾਜ ਹੈ। ਇਹ ਇਸੇ ਕਰਕੇ ਅਸੀਂ ਹਜ਼ਾਰਾਂ ਸਾਲਾਂ ਦੀ ਗੁਲਾਮੀ ਕੱਟੀ ਆ। ਸਾਨੂੰ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਤੋ ਇਸ ਕਰਕੇ ਅਸੀਂ ਜੋ ਰਿਸੋਰਸ ਸੈਂਟਰ ਹੈ ਉੱਥੇ ਸਕੂਲ ਦਾ ਨਿਰਮਾਣ ਕੀਤਾ ਔਰ ਚੱਲ ਰਿਹਾ। ਇੱਥੇ ਨਹੀਂ, ਅਸੀਂ ਕਰਨਾਟਕਾ ਵਿੱਚ ਗਰੀਬ ਲੋਕ ਜਿੱਥੇ ਹੈਗੇ ਆ, ਜਿੱਥੇ ਜਿਹੜਾ ਏਰੀਆ ਬਿਲਕੁਲ ਵਿਦਰੇ ਡਿਸਟ੍ਰਿਕਟ ਆ ਆਪਣੇ, ਉਹਦੇ ਵਿੱਚ ਇੱਕ ਸਕੂਲ ਆਪਾਂ ਉਸਾਰੀ ਅਧੀਨ ਹੈ, ਜਿੱਥੇ 25 ਪਿੰਡਾਂ ਦੇ ਵਿੱਚ ਕੋਈ ਸਕੂਲ ਹੀ ਹੈ ਨਹੀਂ ਜੀ। ਅਸੀਂ ਬਹੁਤ ਸਾਰੀਆਂ ਗੱਲਾਂ ਤਾਂ ਕਰਦੇ ਹਾਂ ਕਿ ਬਹੁਤ ਤਰੱਕੀ ਕਰ ਲਈ ਹੈ, ਠੀਕ ਆ, ਕੁਛ ਹਿੱਸੇ ਦੇ ਵਿੱਚ ਤਰੱਕੀ ਜ਼ਰੂਰ ਹੋਈ ਹੈ, ਲੇਕਿਨ ਮੈਜੋਰਟੀ ਲੋਕਾਂ ਦੇ ਵਿੱਚ ਹਾਲੇ ਵੀ ਗਰੀਬੀ ਹੈ, ਹਾਲੇ ਵੀ ਅਨਪੜ੍ਹਤਾ ਹੈ। ਅਸੀਂ ਉਹ ਇਸ ਗੱਲ ਨੂੰ ਮੁੱਖ ਰੱਖ ਕੇ ਇਹ ਜਿਹੜੇ ਆਪਾਂ ਕਰਨਾਟਕਾ ਦੇ ਵਿੱਚ ਸਕੂਲ ਦਾ ਨਿਰਮਾਣ ਹੋ ਰਿਹਾ, ਨਾਲ ਹੀ ਨਾਲ ਜੋ ਗੁਰੂਆਂ ਦੀ ਜੋ ਆਪਣੀ ਸਿੱਖਿਆ, ਗੁਰੂਆਂ ਦੀ, ਸੰਤਾਂ ਦੀ, ਸਿੱਧਾਂ ਦੀ ਔਰ ਬੁੱਧਾਂ ਦੀ ਜੋ ਸਿੱਖਿਆ ਹੈ, ਜੋ ਸਾਡੇ ਮਹਾਂਪੁਰਸ਼ਾਂ ਦੀ ਸਿੱਖਿਆ ਹੈ, ਜੋ ਨੌਜਵਾਨ ਜੋ ਅੱਜ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਚਾਹੁੰਦੇ ਆ, ਰੋਹਤ ਮੁੱਲਾ ਵਰਗੇ, ਉਹਨਾਂ ਦੀ ਆਵਾਜ਼ ਨੂੰ ਵੀ ਇਹ ਜੋ TV ਹੈ ਅੱਗੇ ਲੋਕਾਂ ਦੇ ਵਿੱਚ ਲੈ ਕੇ ਜਾਊਗਾ। ਤੋ ਮੈਂ ਇੰਨੇ ਇੱਕ ਵਾਰ ਫਿਰ ਆਪ ਸਭ ਨੂੰ, ਸਭ ਸੰਸਾਰ ਨੂੰ ਲੋਟਸ TV ਦੇ ਅੱਜ ਦੇ ਪਹਿਲੇ ਦਿਨ 'ਤੇ ਆਪ ਸਭ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ। ਇਸ ਦੇ ਨਾਲ ਹੀ ਤੁਸੀਂ ਇਹ ਵੀ ਦੱਸੋਗੇ ਕਿ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਦੇ ਲੋਕਾਂ ਵਾਸਤੇ, ਗਰੀਬ ਲੋਕਾਂ ਵਾਸਤੇ ਅੱਖਾਂ ਦੇ ਕੈਂਪ ਲਾਉਂਦੇ ਆ, ਮੈਡੀਕਲ ਦੇ ਕੈਂਪ ਲਾਉਂਦੇ? ਹਾਂਜੀ ਹਾਂਜੀ, ਅਸੀਂ ਅੱਜ ਤੱਕ 11 ਕੈਂਪ, ਆਈ ਕੈਂਪ ਅਸੀਂ ਲਾ ਚੁੱਕੇ ਹਾਂ ਜੋ ਵੱਖੋ ਵੱਖਰੀ ਜਗ੍ਹਾ ਦੇ ਉੱਤੇ, ਅਤੇ ਇਹਦੇ ਨਾਲ ਹੀ ਹੋਰ ਵੀ ਅਸੀਂ ਮੈਡੀਕਲ ਐਡਵਾਈਸ ਦਿੰਦੇ ਹਾਂ। ਹਾਂਜੀ ਪ੍ਰਧਾਨ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਹੁਣ ਸਾਡਾ ਬ੍ਰੇਕ ਦਾ ਟਾਈਮ ਹੋ ਗਿਆ, ਅਸੀਂ ਬ੍ਰੇਕ ਵੱਲ ਜਾ ਰਹੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਮਿਲਾਂਗੇ। ਨਮੋ ਬੁੱਧਾ, ਜੈ ਭੀਮ। ਬ੍ਰੇਕ ਤੋਂ ਬਾਅਦ ਲੋਟਸ ਟੈਲੀਵਿਜ਼ਨ 'ਤੇ ਆਪ ਜੀ ਦਾ ਇੱਕ ਵਾਰ ਫਿਰ ਸਵਾਗਤ ਹੈ। ਇੱਕ ਵਾਰ ਫਿਰ ਦੱਸ ਦਿਆਂ ਕਿ ਲੋਟਸ TV ਹਰ ਐਤਵਾਰ ਸਵੇਰ ਨੂੰ 11 ਤੋਂ 12 ਵਜੇ ਤੱਕ UK ਟਾਈਮ ਅਤੇ ਬੁੱਧਵਾਰ ਨੂੰ ਸ਼ਾਮ 5 ਵਜੇ ਤੋਂ 6 ਵਜੇ ਤੱਕ UK ਟਾਈਮ ਤੋਂ ਆਇਆ ਕਰੇਗਾ। ਔਰ ਮੇਰੀ ਨਿਮਰਤਾ ਸਾਹਿਬ ਆਪ ਸਭ ਨੂੰ ਬੇਨਤੀ ਹੈ ਕਿ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ, ਸਭ ਨੂੰ ਇਸ ਗੱਲ ਬਾਰੇ ਦੱਸੋ ਕਿ ਰੈਗੂਲਰ ਹਰ ਐਤਵਾਰ ਅਤੇ ਹਰ ਬੁੱਧਵਾਰ ਨੂੰ ਲੋਟਸ TV ਪ੍ਰਸਾਰਨ ਹੋਇਆ ਕਰੇਗਾ। ਚੈਨਲ ਹੈ Sky 799। ਇਸ ਦੇ ਨਾਲ ਹੀ ਮੈਂ ਇਹ ਵੀ ਦਰਸ਼ਕਾਂ ਅੱਗੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਤੁਸੀਂ ਇੱਥੇ ਪ੍ਰੋਗਰਾਮ ਸਪਾਂਸਰ ਵੀ ਕਰਵਾ ਸਕਦੇ ਹੋ। ਉਹ ਤੁਸੀਂ ਜੋ ਥੱਲੇ ਕਮੇਟੀ ਦਾ ਨੰਬਰ ਹੈ ਉੱਥੇ ਕੰਟੈਕਟ ਕਰਕੇ ਸਾਡੇ ਨਾਲ ਸੰਪਰਕ ਪੈਦਾ ਕਰ ਸਕਦੇ ਹੋ। ਇਹ ਜ਼ਰੂਰੀ ਨਹੀਂ ਕਿ ਪੜ੍ਹੇ ਲਿਖੇ ਲੋਕ ਹੀ ਚੰਗੀ ਗੱਲ ਕਰ ਸਕਦੇ ਹਨ। ਜ਼ਿੰਦਗੀ ਦੇ ਤਜਰਬੇ 'ਚੋਂ ਅਤੇ ਸਮਾਜ ਦੀ ਸਿੱਖ ਤੋਂ ਘੱਟ ਪੜ੍ਹਿਆ ਵਿਅਕਤੀ ਵੀ ਚੰਗੇ ਵਿਚਾਰ ਪੇਸ਼ ਕਰ ਸਕਦਾ ਹੈ, ਜਿਸ ਦੀ ਮਿਸਾਲ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ। ਅੱਜ ਅਸੀਂ ਲੋਟਸ ਟੈਲੀਵਿਜ਼ਨ ਸ਼ੁਰੂ ਕੀਤਾ ਹੈ। ਸਾਡੀ ਇੱਕ ਭੈਣ
ਜਿਸ ਨੂੰ ਕਿ ਕੱਲ ਪਤਾ ਲੱਗਾ ਉਹਨੇ ਰਾਤੋਂ ਰਾਤ ਹੀ ਇੱਕ ਨਜ਼ਮ ਲਿਖੀ ਹੈ ਲੋਟਸ ਟੈਲੀਵਿਜ਼ਨ ਦੇ ਉੱਤੇ। ਆਓ ਮੈਂ ਉਹਨਾਂ ਦੇ ਨਾਲ ਤੁਹਾਡੀ ਜਾਣ ਪਹਿਚਾਣ ਕਰਾਉਂਦਾ ਹਾਂ। ਉਹਨਾਂ ਦਾ ਨਾਮ ਹੈ ਸਤਿਆ ਰਤੂ ਜੀ। ਉਹ ਸਾਡੇ ਲਈ ਨਜ਼ਮ ਲੈ ਕੇ ਆਏ ਹਨ। ਸਤਿਆ ਜੀ, ਤੁਸੀਂ ਆਪਣੀ ਨਜ਼ਮ ਸਾਡੇ ਦਰਸ਼ਕਾਂ ਨੂੰ ਸੁਣਾਓਗੇ? ਹਾਂਜੀ ਭਾਜੀ, ਪਹਿਲੋਂ ਸਭ ਤੋਂ ਨਮੋ ਬੁੱਧਾ, ਜੈ ਭੀਮ। ਜਿੰਨੇ ਵੀ ਲੋਟਸ ਟੈਲੀਵਿਜ਼ਨ ਦੇਖਦੇ ਆ ਸਾਰਿਆਂ ਨੂੰ ਮੇਰੀ ਵੱਲੋਂ ਨਮੋ ਬੁੱਧਾ, ਜੈ ਭੀਮ। ਤੇ ਮੇਰੀ ਇਹ ਹੈਗੀ ਆ ਕਵਿਤਾ, ਲੋਟਸ ਟੈਲੀਵਿਜ਼ਨ ਤੇ ਹੀ ਆ। ਕਦਮ ਕਦਮ ਤੇ ਲੋਟਸ ਖਿੜਿਆ, ਚਾਰ ਚਾਰ ਸਫੇਰਾ ਭਰਿਆ, ਬੁੱਧ ਦੇ ਪ੍ਰਚਾਰ ਦੇ ਨਾਲ ਲੋਟਸ ਟੀਵੀ ਸ਼ੁਰੂ ਕਰਿਆ। ਬੁੱਧ ਦੇ ਪ੍ਰਚਾਰ ਦੇ ਨਾਲ ਲੋਟਸ ਟੀਵੀ ਸ਼ੁਰੂ ਕਰਿਆ, ਬੁੱਧ ਦੀ ਚਰਨ ਛੂਹ ਦੇ ਨਾਲ ਇਹ ਸੀ ਲੋਟਸ ਖਿੜਿਆ। ਬੁੱਧ ਦੀ ਚਰਨ ਛੂਹ ਦੇ ਨਾਲ ਇਹ ਸੀ ਲੋਟਸ ਖਿੜਿਆ। ਲੋਟਸ ਦਾ ਘਰ ਘਰ ਅੰਦਰ ਤਾਈਆਂ ਹੀ ਚਰਚਾ ਛਿੜਿਆ। ਲੋਟਸ ਦਾ ਘਰ ਘਰ ਅੰਦਰ ਤਾਈਆਂ ਹੀ ਚਰਚਾ ਛਿੜਿਆ। ਸਕਾਈ ਚੈਨਲ 799 ਉੱਪਰ ਲੋਟਸ ਜਾਏ ਵਿਖਾਇਆ। ਸਕਾਈ ਚੈਨਲ 799 ਉੱਪਰ ਲੋਟਸ ਜਾਏ ਵਿਖਾਇਆ। ਵੁਲਵਰਹੈਂਪਟਨ ਬੁੱਧ ਵਿਹਾਰੇ ਤੋਂ ਟੀਵੀ ਜਾਏ ਚਲਾਇਆ। ਵੁਲਵਰਹੈਂਪਟਨ ਬੁੱਧ ਵਿਹਾਰੇ ਤੋਂ ਟੀਵੀ ਜਾਏ ਦਿਖਾਇਆ। ਆਪ ਦੇਖੋ ਤੇ ਹੋਰਨਾਂ ਦੱਸੋ, ਲੋਟਸ ਸਾਰੇ ਜੱਗ ਤੇ ਚੱਲਦਾ। ਆਪ ਦੇਖੋ ਹੋਰਨਾਂ ਦੱਸੋ, ਸਾਰੇ ਜੱਗ ਤੇ ਲੋਟਸ ਚੱਲਦਾ। ਬੁੱਧ ਧਰਮ ਤੇ ਅੰਬੇਡਕਰ ਦੀਆਂ ਖਬਰਾਂ ਇਹ ਘੱਲਦਾ। ਜੀ। ਬੁੱਧ ਧਰਮ ਤੇ ਅੰਬੇਡਕਰ ਦੀਆਂ ਖਬਰਾਂ ਇਹ ਘੱਲਦਾ। ਜੋ ਜੋ ਵੇਖੇ ਨਾਲ ਧਿਆਨ ਦੇ, ਜੋ ਜੋ ਵੇਖੇ ਨਾਲ ਧਿਆਨ ਦੇ, ਗਿਆਨ ਬੁੱਧ ਦਾ ਪਾਵੇ। ਬੁੱਧ ਦੇ ਗੂੜ ਗਿਆਨ ਨੂੰ ਲੋਟਸ ਚੰਗੀ ਤਰ੍ਹਾਂ ਸਮਝਾਵੇ। ਬੁੱਧ ਦੇ ਗੂੜ ਗਿਆਨ ਨੂੰ ਲੋਟਸ ਚੰਗੀ ਤਰ੍ਹਾਂ ਸਮਝਾਵੇ। ਲੋਟਸ ਦਾ ਮੀਡੀਆ ਹੈ ਜੱਗ ਤੇ ਕਾਮਯਾਬ ਬਣਾਵੋ। ਲੋਟਸ ਦਾ ਮੀਡੀਆ ਜੱਗ ਤੇ ਕਾਮਯਾਬ ਬਣਾਵੋ। ਮਨ ਧਨ ਤੇ ਨਾਲ ਆਪੋ ਆਪਣਾ ਯੋਗਦਾਨ ਪਾਵੋ। ਮਨ ਧਨ ਦੇ ਨਾਲ ਆਪੋ ਆਪਣਾ ਯੋਗਦਾਨ ਪਾਵੋ। ਰਲ ਮਿਲ ਕੇ ਅੱਜ ਸਾਰੇ ਆਪਾਂ ਪ੍ਰਚਾਰ ਬੁੱਧ ਦਾ ਕਰੀਏ। ਰਲ ਮਿਲ ਕੇ ਅੱਜ ਸਾਰੇ ਆਪਾਂ ਪ੍ਰਚਾਰ ਬੁੱਧ ਦਾ ਕਰੀਏ। ਵਿੱਦਿਆ ਵੰਡੋ ਦੁੱਗਣੀ ਹੋਵੇ, ਵਿਚਾਰਾਂ ਨਾਲ ਝੋਲੀ ਭਰੀਏ। ਵਿੱਦਿਆ ਵੰਡੋ ਦੁੱਗਣੀ ਹੋਵੇ, ਵਿਚਾਰਾਂ ਨਾਲ ਝੋਲੀ ਭਰੀਏ। ਬਾਬਾ ਸਾਹਿਬ ਨੇ ਸਾਨੂੰ ਕਿੱਦਾਂ ਬੁੱਧ ਧਰਮ ਸਮਝਾਇਆ। ਬਾਬਾ ਸਾਹਿਬ ਨੇ ਸਾਨੂੰ ਕਿੱਦਾਂ ਬੁੱਧ ਧਰਮ ਸਮਝਾਇਆ। ਊਚ ਨੀਚ ਮਿਟਾ ਕੇ ਉਸਨੇ ਗਰੀਬ ਨੂੰ ਹੱਕ ਦਵਾਇਆ। ਊਚ ਨੀਚ ਮਿਟਾ ਕੇ ਉਸਨੇ ਗਰੀਬ ਨੂੰ ਹੱਕ ਦਵਾਇਆ। ਭਾਰਤ ਦਾ ਵਿਧਾਨ ਲਿਖ ਕੇ ਸੱਤਿਆ ਰਤੂ ਕਰਮ ਕਮਾਇਆ। ਭਾਰਤ ਦਾ ਵਿਧਾਨ ਲਿਖ ਕੇ ਸੱਤਿਆ ਰਤੂ ਕਰਮ ਕਮਾਇਆ। ਇਹ ਕੁਝ ਸਮਝਾਉਣੇ ਲਈ ਲੋਟਸ ਟੀਵੀ ਅੱਜ ਚਲਾਇਆ। ਇਹ ਕੁਝ ਸਮਝਾਉਣੇ ਲਈ ਲੋਟਸ ਟੀਵੀ ਅੱਜ ਚਲਾਇਆ। ਇਹ ਸੀ ਮੇਰੀ ਕਵਿਤਾ। ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਆਪਣੀਆਂ ਭਾਵਨਾਵਾਂ ਨੂੰ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੰਨੇ ਚੰਗੇ ਸ਼ਬਦਾਂ ਦੇ ਵਿੱਚ ਤੁਸੀਂ ਪੇਸ਼ ਕੀਤਾ ਆ। ਇਸ ਲਈ ਮੈਂ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਤੁਹਾਡਾ ਵੀ ਭਾਜੀ ਬਹੁਤ ਕਰਦੀ ਆ। ਬਾਬਾ ਸਾਹਿਬ ਨੇ ਸਾਨੂੰ ਦੇਖੋ ਸਿਰ ਦਾ ਤਾਜ ਬਣਾਇਆ। ਅੱਜ ਮੌਕਾ ਸਾਨੂੰ ਦੇਖੋ ਕਿੱਥੇ ਬਹਿਣੇ ਦਾ। ਸਾਵੇਂ ਅਸੀਂ ਖਰੇ ਕੁੱਲੀਆਂ 'ਚ ਹੋਣਾ ਸੀਗਾ। ਇੱਕ ਬਾਬਾ ਸਾਹਿਬ ਦੀ ਦੇਣ ਆ ਜਿਹੜੇ ਅਸੀਂ ਅੱਜ ਸਿਰ ਦਾ ਤਾਜ ਬਣਾ ਗਏ ਤਾਂ ਅਸੀਂ ਭੁੱਲ ਨਹੀਂ ਸਕਦੇ। ਮੈਂ ਅੰਡਰਸਟੈਂਡ ਕਰਦਾ ਤੁਹਾਡੇ ਦਿਲ ਦੀਆਂ ਭਾਵਨਾਵਾਂ ਬਹੁਤ ਆ, ਕਿਉਂਕਿ ਸਾਡੇ ਜਿਹੜੇ ਲੇਡੀਜ਼ ਦੇ ਪ੍ਰੋਗਰਾਮ ਹੋਇਆ ਕਰਨੇ ਆ ਨਾ, ਲੇਡੀਜ਼ ਦੇ ਪ੍ਰੋਗਰਾਮ ਜਿਹੜੇ ਹੋਇਆ ਕਰਨੇ ਆ ਉਹਨਾਂ ਦੇ ਵਿੱਚ ਅਸੀਂ ਤੁਹਾਨੂੰ ਪ੍ਰੋਗਰਾਮ ਦੇਣੇ ਆ। ਲੇਡੀਜ਼ ਦੇ ਆਪਣੇ ਪ੍ਰੋਗਰਾਮ ਹੋਇਆ ਕਰਨਗੇ, ਉਹਦੇ ਵਿੱਚ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਲੋਕਾਂ ਦੇ ਵਿੱਚ ਜ਼ਾਹਰ ਕਰ ਸਕੋਗੇ ਕਿ ਤੁਸੀਂ ਵੀ ਕੀ ਮਹਿਸੂਸ ਕਰਦੇ ਹੋ, ਬਾਬਾ ਸਾਹਿਬ ਨੇ ਤੁਹਾਨੂੰ ਕੀ ਦਿੱਤਾ ਹੈ, ਔਰ ਅੱਜ ਦੀ ਜ਼ਿੰਦਗੀ ਜੋ ਤੁਸੀਂ ਜੀ ਰਹੇ ਹੋ ਉਸ ਨੂੰ ਤੁਸੀਂ ਆਪਣੀਆਂ ਦੂਸਰੀਆਂ ਭੈਣਾਂ ਨੂੰ ਗਾਈਡ ਕਰੋ ਤਾਂ ਕਿ ਉਹ ਵੀ ਇੱਕ ਚੰਗੀ ਅਤੇ ਸੁਚੱਜੀ ਜ਼ਿੰਦਗੀ ਆ ਜਿਹੜੀ ਉਹ ਜੀ ਸਕਣ। ਸੋ ਇੱਕ ਵਾਰੀ ਫਿਰ ਮੈਂ ਉਹਨਾਂ ਦਾ ਧੰਨਵਾਦ ਕਰਦਾ। ਆਓ ਹੁਣ ਮੈਂ ਬਿਰਦੀ ਸਾਹਿਬ ਵੱਲ ਚੱਲਦਾ ਹਾਂ। ਮਨੋਹਰ ਲਾਲ ਬਿਰਦੀ ਜੀ ਪਿਛਲੇ 5 ਸਾਲਾਂ ਤੋਂ ਇੱਕ ਪੰਜਾਬੀ
ਪੇਪਰ ਸਮਾਜ ਵੀਕਲੀ ਦੇ ਵਿੱਚ ਪੱਤਰਕਾਰੀ ਕਰਦੇ ਹਨ। ਬਿਰਦੀ ਸਾਹਿਬ, ਅੱਜ 20 ਮਾਰਚ ਹੈ। ਤੁਸੀਂ ਇਸ ਦਿਨ ਲੋਟਸ ਟੀਵੀ ਸ਼ੁਰੂ ਕਰਨ ਲਈ ਕਿਉਂ ਚੁਣਿਆ ਇਸ ਦਿਨ ਨੂੰ? ਕੀ ਇਸ ਦਿਨ ਦੀ ਜਾਂ ਇਸ ਹਫਤੇ ਦੀ ਕੋਈ ਇਤਿਹਾਸਿਕ ਮਹੱਤਤਾ ਹੈ ਜਿਹੜਾ ਤੁਸੀਂ 20 ਮਾਰਚ ਦਾ ਦਿਨ ਟੈਲੀਵਿਜ਼ਨ ਸ਼ੁਰੂ ਕਰਨ ਵਾਸਤੇ ਚੁਣਿਆ ਹੈ? ਜੀ ਝੱਲੀ ਸਾਹਿਬ, ਇੱਕ ਵਾਰੀ ਫੇਰ ਲੋਟਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਵਾਂ ਬੁੱਧਾ ਜੈ ਭੀਮ। आपने पूछा है बई अज का की इतिहासिक दिन है, भी क्यों ये दिन चुनिया जी। ਉਹਦੀ ਬੈਕਗਰਾਉਂਡ ਮੈਂ ਤੁਹਾਨੂੰ ਬਾਅਦ 'ਚ ਦੱਸੂਗਾ, ਪਰ ਮੈਂ ਇਹ ਅੱਜ ਕਹਿਣਾ ਚਾਹੁੰਦਾ ਅੱਜ ਦੇ ਦਿਨ ਤੇ ਅੱਜ ਦਾ ਦਿਨ ਹੀ ਇੱਕ ਇਤਿਹਾਸਿਕ ਦਿਨ ਮੰਨਿਆ ਜਾਏਗਾ ਜੀ। ਅੱਜ ਇੱਕ ਨਵੀਂ ਕ੍ਰਾਂਤੀ ਜੀ ਬੁੱਧੀਜ਼ਮ ਦੇ ਵਿੱਚ, ਬਾਬਾ ਸਾਹਿਬ ਦੇ ਮਿਸ਼ਨ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਦਾ ਅੱਜ ਆਗਾਜ਼ ਹੋ ਰਿਹਾ ਆ, ਜੀ। ਸ਼ੁਰੂਆਤ ਹੋ ਰਹੀ ਹੈ ਕਿ ਟੀਵੀ ਚੈਨਲ ਆਪਣਾ ਲੋਟਸ ਟੀਵੀ ਚੈਨਲ ਜਿਹੜਾ ਸ਼ੁਰੂ ਕਰ ਰਹੇ ਹੈਗੇ ਆ ਜੀ। ਤੇ ਅੱਜ ਦਾ ਦਿਨ ਵੀ ਇੱਕ ਇਤਿਹਾਸਿਕ, ਆਉਣ ਵਾਲੇ ਸਮੇਂ ਹਿਸਟਰੀ ਦੇ ਵਿੱਚ ਇਤਿਹਾਸਿਕ ਮੰਨਿਆ ਜਾਏਗਾ ਜੀ। ਅਸੀਂ ਐਕਚੁਅਲੀ ਜਿਹੜਾ ਲੋਟਸ ਟੀਵੀ, ਮੇਰੇ ਸਾਥੀ ਦੇਵ ਸੁਮਨ ਜੀ, ਦੀਸ਼ ਜੱਸਲ ਜੀ, ਝੱਲੀ ਸਾਹਿਬ ਔਰ ਕੌਲ ਜੀ ਔਰ ਗੌਤਮ ਜੀ ਮਿਲ ਕੇ ਆਪਾਂ ਐਫਰਟਸ ਕੀਤੇ ਹੈਗੇ। ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਪਲੇਟਫਾਰਮ ਤੋਂ ਸ਼ੁਰੂ ਕੀਤਾ। ਸਾਡੀ ਪਹਿਲਾਂ ਇਹ ਸੋਚ ਇਹ ਸੀ ਵੀ ਅਸੀਂ ਇੱਕ ਹੋਰ ਵੀ ਇਤਿਹਾਸਿਕ ਦਿਨ 'ਤੇ, ਕਿਉਂਕਿ ਸਾਡਾ ਪਲਾਨ ਪਿਛਲੇ ਸਾਲ ਦਾ ਚੱਲ ਰਿਹਾ ਸੀ, 2016 ਦਾ ਚੱਲ ਰਿਹਾ, 15 ਦਾ ਚੱਲ ਰਿਹਾ ਸੀ, ਤਾਂ ਅਸੀਂ ਇਹਨੂੰ 26 ਜਨਵਰੀ 2016 ਨੂੰ ਸ਼ੁਰੂ ਕਰਨਾ ਸੀ, ਕਿਉਂਕਿ 26 ਜਨਵਰੀ ਦਾ ਦਿਨ ਹੈਗਾ ਭਾਰਤ ਲਈ, ਉਹ ਸਾਡੇ ਲਈ, ਬਾਬਾ ਸਾਹਿਬ ਲਈ ਬਹੁਤ ਮਹਾਨ ਦਿਨ ਹੈ। ਉਸ ਦਿਨ ਬਾਬਾ ਸਾਹਿਬ ਦਾ ਲਿਖਿਆ ਹੋਇਆ ਜਿਹੜਾ ਸੰਵਿਧਾਨ ਹੈਗਾ ਉਹ ਲਾਗੂ ਹੋਇਆ ਸੀਗਾ। ਤਾਂ ਪਰ ਕੁਝ ਅਨਸਰਟਨ ਪ੍ਰੋਬਲਮ ਹੋਣ ਕਰਕੇ, ਇੱਕ ਅਨਐਕਸਪੈਕਟਡ ਪ੍ਰੋਬਲਮ ਹੋਣ ਕਰਕੇ ਅਸੀਂ ਇਸ ਚੈਨਲ ਨੂੰ 26 ਜਨਵਰੀ ਨੂੰ ਲਾਂਚ ਨਹੀਂ ਕਰ ਸਕੇ। ਤਾਂ ਉਸ ਤੋਂ ਬਾਅਦ ਫਿਰ ਥੋੜ੍ਹੀਆਂ ਟੈਕਨੀਕਲ ਪ੍ਰੋਬਲਮ ਵਾਲੀਆਂ, ਹੱਲੇ ਵੀ ਅਸੀਂ ਉਹਨੂੰ ਆਪਣੇ ਸਟੂਡੀਓ 'ਚੋਂ ਜਿਹੜਾ ਬਣ ਰਿਹਾ ਹੈਗਾ ਤਕਰੀਬਨ 99% ਕੰਪਲੀਟ ਹੋ ਗਿਆ। ਲਾਂਚ ਉੱਥੋਂ ਕਰਨਾ ਚਾਹੁੰਦੇ ਸੀ, ਪਰ ਕੁਝ ਟੈਕਨੀਕਲ ਸ਼ਾਰਟਕਮਿੰਗਸ ਹੋਣ ਕਰਕੇ ਉਹਨੂੰ ਅਸੀਂ ਆਪਣੇ ਸਟੂਡੀਓ 'ਚੋਂ ਨਹੀਂ ਲਾਂਚ ਕਰ ਰਹੇ। ਇਸ ਕਰਕੇ ਅਸੀਂ ਅੱਜ DM ਸਟੂਡੀਓ ਦੇ ਮਾਨਚੈਸਟਰ ਸਟੂਡੀਓ ਤੋਂ ਲਾਂਚ ਕਰ ਰਹੇ ਹੈਗੇ ਹਾਂ। ਆਪਨੇ ਪੁੱਛਿਆ ਵੀ 20 ਜਨਵਰੀ ਔਰ ਜਾਂ ਇਸ ਹਫਤੇ ਦਾ 20 ਮਾਰਚ ਜਿਹੜਾ, ਜਾਂ ਇਸ ਹਫਤੇ ਦੀ ਕੀ ਇੰਪੋਰਟੈਂਸ ਹੈਗੀ ਆ। ਇਸ ਹਫਤੇ ਦੇ ਵਿੱਚ ਜਿੱਦਾਂ ਕਿ ਆਪਾਂ ਨੂੰ ਪਤਾ 15 ਮਾਰਚ ਨੂੰ ਮਾਨਯਵਰ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਸੀਗਾ, ਜਿਹੜਾ ਕਿ ਬੜੀ ਧੂਮਧਾਮ ਨਾਲ ਸਾਰੇ ਦੁਨੀਆ 'ਤੇ ਮਨਾਇਆ ਗਿਆ। ਪੰਜਾਬ ਦੇ ਵਿੱਚ ਬਹੁਤ ਵੱਡੀ ਇੱਕ ਰੈਲੀ ਹੋਈ ਆ। ਭੈਣ ਕੁਮਾਰੀ ਮਾਇਆਵਤੀ ਜੀ ਜਿਹੜੇ ਕਿ BSP ਦੇ ਪ੍ਰੈਜ਼ੈਂਟ ਕਨਵੀਨਰ ਹੈਗੇ ਆ, ਸੁਪਰੀਮੋ ਹੋ ਗਏ ਆਏ ਹੈਗੇ ਆ। ਤਾਂ ਇੱਕ ਹਫਤੇ ਦੀ ਮਹੱਤਤਾ ਅਸੀਂ ਇਸ ਕਰਕੇ ਵੀ ਇਹ 20 ਤਰੀਕ ਚੁਣੀ ਹੈ ਵੀ ਇਸ ਦੇ ਨਾਲ ਹੀ ਮਾਨਯਵਰ ਕਾਂਸ਼ੀ ਰਾਮ ਜੀ ਦਾ 15 ਮਾਰਚ ਦਾ ਜਨਮ ਦਿਨ ਵੀ ਆ ਰਿਹਾ ਹੈਗਾ। ਉਹ ਜਿਹੜਾ ਲੰਘ ਚੁੱਕਾ ਸੀ। ਬਾਬੂ ਜੀ ਨੇ ਵੀ ਹੈ ਨਾ, ਮਤਲਬ ਕਿ ਇਹ ਜਿਹੜਾ ਅੱਜ ਦਾ ਚੈਨਲ ਹੈਗਾ ਉਹਨਾਂ ਦੇ ਮਿਸ਼ਨ ਨੂੰ ਵੀ ਸਮਰਪਿਤ ਕਰਦੇ ਹੈਗੇ ਆ ਜੀ। ਦੂਸਰੀ ਗੱਲ ਹੈਗੀ ਆ ਵੀ 20 ਮਾਰਚ ਕਿਉਂ ਸੁਣਿਆ। ਬਾਬਾ ਸਾਹਿਬ ਨੇ ਆਪਣੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਸੰਘਰਸ਼ ਕੀਤੇ, ਬਹੁਤ ਐਜੀਟੇਸ਼ਨ ਚਲਾਈਆਂ, ਜਿਹਦੇ ਵਿੱਚੋਂ ਕਿ ਕਾਨਫਰੰਸ ਕੀਤੀਆਂ, ਸੰਵਿਧਾਨ ਲਿਖਣ ਲਈ ਕਿੰਨਾ ਉਹਨਾਂ ਨੇ ਸੰਘਰਸ਼ ਕੀਤਾ, ਰਾਊਂਡ ਟੇਬਲ ਕਾਨਫਰੰਸ ਕੀਤੀਆਂ, ਕਾਲਾ ਰਾਮ ਮੰਦਿਰ ਪ੍ਰਵੇਸ਼ ਦਾ ਮੋਰਚਾ ਕੀਤਾ। ਇਸੇ ਤਰ੍ਹਾਂ 20 ਮਾਰਚ 1927 ਨੂੰ ਮਹਾੜ ਤਲਾਅ ਦਾ ਇੱਕ ਮੋਰਚਾ ਉਹਨਾਂ ਨੇ ਸ਼ੁਰੂ ਕੀਤਾ ਸੀ, ਜਿਹੜਾ ਕਿ ਹਿਸਟਰੀ ਦੇ ਵਿੱਚ ਇੱਕ ਬਹੁਤ ਹਜ਼ਾਰਾਂ ਸਾਲਾਂ ਦੀ ਜਿਹੜੀ ਇੱਕ ਪ੍ਰਥਾ ਸੀ, ਬਾਬਾ ਸਾਹਿਬ ਨੇ 20 ਮਾਰਚ 1927 ਨੂੰ ਤੋੜੀ ਸੀਗੀ। ਸੌਰੀ, ਮੈਂ ਇੱਥੇ ਮਾੜਾ ਜਿਹਾ ਤੁਹਾਨੂੰ ਇੰਟਰਪਟ ਕਰਦਾ, ਕਿਉਂਕਿ ਤੁਸੀਂ ਮਹਾੜ ਦੀ ਗੱਲ ਕੀਤੀ ਹੈ। ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਇੱਕ ਹੋਰ ਖੁਸ਼ੀ ਦੀ ਬਹੁਤ ਵੱਡੀ ਗੱਲ ਹੈ ਕਿ ਇੰਡੀਆ ਦੇ ਵਿੱਚ ਅੱਜ ਮਹਾੜ ਦੇ ਵਿੱਚ ਵੀ ਇੱਕ ਨਵਾਂ ਟੈਲੀਵਿਜ਼ਨ ਚੱਲ ਰਿਹਾ ਜਿਸ ਦਾ ਨਾਮ ਹੈ ਅਸ਼ੋਕਾ। ਉਹ ਵੀ ਮਹਾੜ ਤੋਂ ਅੱਜ ਸ਼ੁਰੂ ਹੋ ਰਿਹਾ। ਸੋ ਸੌਰੀ ਟੂ ਇੰਟਰਪਟ ਯੂ। ਬਹੁਤ ਅੱਛਾ ਤੁਸੀਂ ਐਡੀਸ਼ਨ ਕੀਤੀ ਹੈਗੀ ਆ, ਤੇ ਬੜਾ ਇਤਿਹਾਸਿਕ ਦਿਨ ਹੈਗਾ। ਸਦੀਆਂ ਤੋਂ ਉਸ ਟਾਈਮ ਦੇ ਵਿੱਚ, ਬਾਬਾ ਸਾਹਿਬ ਦੇ ਟਾਈਮ ਦੇ ਵਿੱਚ, ਕਿਸੇ ਵੀ ਤਲਾਅ ਤੋਂ, ਖੂਹ ਤੋਂ ਜੋ ਦਲਿਤ ਲੋਕ ਹੁੰਦੇ ਸੀਗੇ ਉਹਨਾਂ ਨੂੰ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ, ਟੱਚ ਕਰਨ ਦੀ ਇਜਾਜ਼ਤ। ਹਾਲਾਂਕਿ ਕੁੱਤੇ, ਬਿੱਲੀਆਂ, ਜਾਨਵਰ, ਪੰਛੀ ਉੱਥੇ ਜਾ ਸਕਦੇ ਸੀ, ਪਾਣੀ ਪੀ ਸਕਦੇ, ਪਰ ਇਨਸਾਨ ਹੀ ਉੱਥੇ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ। ਸਾਰੇ ਭਾਰਤ ਵਿੱਚ, ਇਕੱਲੀ ਮਹਾੜ ਵਿੱਚ ਹੀ ਨਹੀਂ, ਸਾਰੇ ਭਾਰਤ ਵਿੱਚ ਇਹ ਹਾਲਾਤ ਸੀ, ਕਿਉਂਕਿ ਮਨੂਵਾਦ ਦਾ ਜੋ ਸਿਸਟਮ ਸੀਗਾ ਲਾਗੂ ਸੀਗਾ, ਛੂਆਛਾਤ ਦਾ ਸਿਸਟਮ ਬਹੁਤ ਲਾਗੂ ਸੀਗਾ। ਤਾਂ ਜੋ ਬਾਬਾ ਸਾਹਿਬ ਦੇ ਫਾਲੋਅਰ ਸੀਗੇ, ਕੋਲਾਬਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਮਹਾਰਾਸ਼ਟਰ ਵਿੱਚ ਮਹਾੜ, ਉਹਨਾਂ ਨੇ 19-20 ਮਾਰਚ 1927 ਨੂੰ ਇੱਕ ਕਾਨਫਰੰਸ ਰੱਖੀ ਸੀ ਜੀ।
19 ਮਾਰਚ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਰੇ ਮਹਾਰਾਸ਼ਟਰ ਚੋਂ, ਗੁਜਰਾਤ ਤੋਂ, ਜਿਹੜੇ ਲਾਗੇ ਸਟੇਟ ਸੀਗੇ, ਉੱਥੇ ਲੋਕੀ ਆਏ। ਬਹੁਤ ਵੱਡੀ ਇੱਕ ਕਾਨਫਰੰਸ ਕੀਤੀ। ਕਾਨਫਰੰਸ ਦਾ ਜਿਹੜਾ ਨਾਂ ਸੀਗਾ ਉਹ ਵੀਰੇਸ਼ਵਰ, ਇੱਕ ਲੋਕਲ ਦੇਵਤਾ ਉੱਥੇ ਦਾ ਹੈ, ਵੀਰੇਸ਼ਵਰ ਦੇ ਨਾਂ ਤੇ ਉਹ ਜਿਹੜੀ ਪੰਡਾਲ ਸਜਾਇਆ ਗਿਆ, ਤੇ ਬਾਬਾ ਸਾਹਿਬ ਉਹਦੇ ਚੀਫ ਗੈਸਟ ਸੀਗੇ। ਸਾਰਾ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਜਦੋਂ ਕਾਨਫਰੰਸ ਹੋਈ 19 ਮਾਰਚ ਨੂੰ, ਤਾਂ ਬਾਬਾ ਸਾਹਿਬ ਨੇ ਆਪਣੇ ਦਪੋਲੀ ਉੱਥੇ ਏਰੀਆ ਹੈਗਾ ਜੀ, ਉੱਥੋਂ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਬਾਬਾ ਸਾਹਿਬ ਦੀ ਹੋਈ ਆ ਦਪੋਲੀ ਏਰੀਆ 'ਚ ਹੋਈ ਆ। ਜੀ, ਬੜੇ ਭਾਵੁਕ ਹੋ ਗਏ ਬਾਬਾ ਸਾਹਿਬ ਕਾਨਫਰੰਸ ਨੂੰ ਐਡਰੈਸ ਕਰਨ ਲੱਗੇ। ਉਹ ਕਹਿੰਦੇ ਇਹ ਏਰੀਆ ਉਹ ਆ ਜਿੱਥੇ ਕਿਸੇ ਟਾਈਮ ਤੇ ਅਸੀਂ ਇੱਥੇ ਤੇ ਰਾਜੇ ਹੁੰਦੇ ਸੀ। ਜੀ, ਆਰਮੀ ਵਿੱਚ ਸਾਡੇ ਅਫਸਰ ਹੁੰਦੇ ਸੀ, ਸਾਡੇ ਜਰਨੈਲ ਹੁੰਦੇ ਸੀ, ਸਾਡੇ ਸੈਨਿਕ ਹੁੰਦੇ ਸੀ, ਜੀ। ਅਸੀਂ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਸੀ। ਆਰਮੀ ਦੇ ਵਿੱਚ ਸਾਡੇ ਟੀਚਰ ਹੁੰਦੇ ਸੀ, ਟ੍ਰੇਨਰ ਹੁੰਦੇ ਸੀਗੇ। ਜੀ। ਪਰ ਉਹੀ ਦੇਖੋ ਅੱਜ ਹਾਲਾਤ ਹੈਗੇ ਆ ਵੀ ਸਾਨੂੰ ਇੱਥੇ ਪਾਣੀ ਪੀਣ ਦਾ ਅਧਿਕਾਰ ਹੱਕ ਨਹੀਂ ਨਹੀਂ। ਹੈਗਾ। ਉਹਦੇ ਵਿੱਚ ਬਾਬਾ ਸਾਹਿਬ ਨੇ ਕਾਨਫਰੰਸ ਦੇ ਵਿੱਚ ਆਪਣਾ ਦੱਸਿਆ 3 ਚੀਜ਼ਾਂ ਦਾ ਸਾਨੂੰ, ਸਾਡੇ ਲੋਕਾਂ ਨੂੰ, ਦਲਿਤ ਲੋਕਾਂ ਨੂੰ ਅਵੇਅਰ ਹੋਣ ਲਈ ਦਿੱਤੀਆਂ ਵੀ ਆਪਣੀ ਜ਼ਿੰਦਗੀ 'ਚ ਇੰਪਰੂਵਮੈਂਟ ਲਿਆਉਣ ਲਈ ਤੁਹਾਨੂੰ 3 ਚੀਜ਼ਾਂ 'ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ, ਜੀ, ਧਿਆਨ ਦੇਣਾ ਚਾਹੀਦਾ। ਕੀ ਆ? ਤੁਹਾਡੇ ਵਿਚਾਰਾਂ ਵਿੱਚ ਸ਼ੁੱਧਤਾ ਹੋਣੀ ਚਾਹੀਦੀ ਹੈ। ਜੀ, ਦੂਸਰੀ, ਤੁਹਾਡੀ ਆਵਾਜ਼ ਦੇ ਵਿੱਚ ਜ਼ੋਰ ਹੋਣਾ ਚਾਹੀਦਾ, ਗਟਸ ਹੋਣੇ ਚਾਹੀਦੇ। ਗਟਸ ਹੋਣੇ ਚਾਹੀਦੀ ਹੈਗੇ ਆ, ਫੋਰਸ ਹੋਣੀ ਚਾਹੀਦੀ, ਇੱਕ ਪਾਵਰ ਹੋਣੀ ਚਾਹੀਦੀ ਆ। ਔਰ ਤੀਸਰਾ ਉਹਨਾਂ ਨੇ ਇਹ ਮੈਸੇਜ ਦਿੱਤਾ ਵੀ ਤੁਹਾਨੂੰ ਸੈਲਫ ਰਿਸਪੈਕਟ ਦੀ ਜ਼ਿੰਦਗੀ ਜੀਣ ਦੀ ਭਾਵਨਾ ਹੋਣੀ ਚਾਹੀਦੀ ਹੈ। ਜੀ, ਅੱਜ ਦੇ ਦਿਨ ਤੇ ਪਿਆਰੇ ਦਰਸ਼ਕੋ, ਲੋਟਸ ਟੀਵੀ ਦੇ ਜਿਹੜੇ ਦਰਸ਼ਕ ਹੈਗੇ ਆ, ਉਹਨਾਂ ਨੂੰ ਇੱਕ ਸਪੈਸ਼ਲੀ ਮੈਸੇਜ ਦਿੱਤਾ ਬਾਬਾ ਸਾਹਿਬ ਨੇ। 3 ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ ਹੈਗਾ। ਫਿਰ ਬਾਬਾ ਸਾਹਿਬ ਨੇ ਆਪਣੀ ਕਾਨਫਰੰਸ ਵਿੱਚ ਕਿਹਾ ਵੀ ਉਹਨਾਂ ਮਾਤਾ ਪਿਤਾ ਵਿੱਚ ਜੀ, ਜਾਂ ਜਾਨਵਰਾਂ ਦੇ ਵਿੱਚ ਜੀ, ਕੋਈ ਅੰਤਰ ਨਹੀਂ ਹੈ, ਮੈਂ ਸਮਝਦਾ, ਜੀ। ਜਿਹੜੇ ਆਪਣੀ ਸੰਤਾਨ ਨੂੰ ਆਪਣੇ ਤੋਂ ਬਿਹਤਰ ਸਥਿਤੀ ਵਿੱਚ ਨਹੀਂ ਦੇਖਣਾ ਚਾਹੁੰਦੇ। ਜੀ, ਇਹ ਬਹੁਤ ਵੱਡਾ ਮੈਸੇਜ ਬਾਬਾ ਸਾਹਿਬ ਨੇ ਦਿੱਤਾ ਹੈਗਾ ਵੀ ਜਿਹੜੇ ਮਾਤਾ ਪਿਤਾ ਔਰ ਜਾਨਵਰਾਂ 'ਚ ਕੋਈ ਫਰਕ ਨਹੀਂ ਹੈ ਜਿਹੜੇ ਆਪਣੇ ਬੱਚਿਆਂ ਨੂੰ ਤਰੱਕੀ ਦੀ ਜ਼ਿੰਦਗੀ ਤੇ ਨਹੀਂ ਦੇਖਣਾ ਚਾਹੁੰਦੇ। ਜੀ, ਇਹ 19 ਮਾਰਚ ਦੀ ਕਾਨਫਰੰਸ ਤੋਂ ਬਾਬਾ ਸਾਹਿਬ ਦਾ ਭਾਸ਼ਣ ਸੀਗਾ। ਰਾਤ ਨੂੰ ਜਿਹੜੀ ਉਹਨਾਂ ਦੀ ਸਬਜੈਕਟ ਕਮੇਟੀ ਸੀਗੀ ਉਹਦੇ ਵਿੱਚ ਹੋਇਆ, ਮਤਾ ਪਾਸ ਹੋਇਆ ਵੀ ਸਵੇਰ ਨੂੰ ਜਿਹੜੀ ਸਦੀਆਂ ਤੋਂ, ਹਜ਼ਾਰਾਂ ਸਾਲਾਂ ਤੋਂ ਪ੍ਰਥਾ ਚੱਲੀ ਆ ਰਹੀ ਸੀ ਵੀ ਸਾਨੂੰ ਪਾਣੀਆਂ ਪੀਣ ਦੀ ਇਜਾਜ਼ਤ ਨਹੀਂ ਹੈਗੀ ਆ, ਤਲਾਅ 'ਤੇ ਜਾਣ ਦੀ ਇਜਾਜ਼ਤ ਨਹੀਂ ਹੈਗੀ, ਖੂਹਾਂ ਤੋਂ ਪਾਣੀ ਲੈਣ ਦੀ ਇਜਾਜ਼ਤ ਨਹੀਂ, ਜਿੰਨੇ ਵੀ ਲੋਕੀ ਹਜ਼ਾਰਾਂ ਸੀਗੇ ਸਵੇਰੇ 20 ਮਾਰਚ ਦੀ ਸਵੇਰ ਨੂੰ ਬਾਬਾ ਸਾਹਿਬ ਦੀ ਅਗਵਾਈ ਵਿੱਚ ਮਹਾੜ ਤਲਾਅ 'ਤੇ ਗਏ। ਜੀ। ਬਾਬਾ ਸਾਹਿਬ ਸਭ ਤੋਂ ਮੋਹਰੇ ਸੀਗੇ ਔਰ ਬਾਬਾ ਸਾਹਿਬ ਨੇ ਮਹਾੜ ਤਲਾਅ 'ਤੇ ਜਾ ਕੇ ਨਾਲ ਹਜ਼ਾਰਾਂ ਸਾਥੀਆਂ ਦੇ ਜਾ ਕੇ ਪਾਣੀ ਸਭ ਤੋਂ ਪਹਿਲਾਂ ਆਪ ਪੀਤਾ। ਜੀ। ਉਹਨਾਂ ਦੇ ਨਾਲ ਹਜ਼ਾਰਾਂ ਸਾਥੀਆਂ ਨੇ, ਲੋਕਾਂ ਨੇ, ਬੱਚੇ, ਬੁੱਢੇ, ਭੈਣਾਂ, ਔਰਤਾਂ, ਮਰਦ ਸਾਰੇ ਉਹਨਾਂ ਦੇ ਨਾਲ ਸੀਗੇ। ਉਹਨਾਂ ਨੇ ਉੱਥੇ ਇੱਕ ਪ੍ਰਥਾ ਨੂੰ ਤੋੜਿਆ, ਤਾਂ ਜਿਸ ਦਾ ਕਿ ਬਹੁਤ ਪਹਿਲੀ ਵਾਰੀ ਇਹ ਐਸਾ ਹੋਇਆ ਵੀ ਇੱਕ ਪਬਲਿਕ ਤੌਰ ਤੇ, ਇੱਕ ਜੀ। ਡਿਮੋਨਸਟ੍ਰੇਸ਼ਨ ਤੌਰ ਤੇ ਬਾਬਾ ਸਾਹਿਬ ਦੀ ਅਗਵਾਈ ਵਿੱਚ ਤਲਾਅ ਦਾ, ਮਹਾੜ ਤਲਾਅ ਦਾ ਇੱਕ ਬਹੁਤ ਵੱਡਾ ਐਜੀਟੇਸ਼ਨ ਨੇ ਇੱਕ ਪ੍ਰਥਾ ਨੂੰ ਤੋੜਿਆ, ਇੱਕ ਚੋਟ ਮਾਰੀ ਮਨੂਵਾਦੀ ਸਿਸਟਮ ਤੇ। ਹੋਇਆ ਕਿ ਵੀ ਮਨੂਵਾਦੀ ਘਬਰਾਏ ਤਾਂ ਬਹੁਤ, ਪਰ ਬਾਬਾ ਸਾਹਿਬ ਦਾ ਜੋਸ਼ ਦੇਖ ਕੇ ਔਰ ਲੋਕਾਂ ਦਾ ਇਕੱਠ ਦੇਖ ਕੇ ਉਹਨਾਂ ਦੀ ਹਿੰਮਤ ਨਹੀਂ ਪਈ ਵੀ ਕੋਈ ਅਟੈਕ ਕਰ ਸਕਣ। ਜੀ, ਜਦੋਂ ਸ਼ਾਮ ਨੂੰ ਸਾਰੇ ਕਾਨਫਰੰਸ ਹੋ ਗਈ, ਸਾਰੇ ਆਪਣੇ ਪੰਡਾਲ ਦੇ ਵਿੱਚ ਵਾਪਸ ਆ ਗਏ। ਬਾਬਾ ਸਾਹਿਬ ਆਪਣੇ ਟੂਰਿਸਟ ਰੈਸਟ ਬੰਗਲੋ ਦੇ ਵਿੱਚ ਠਹਿਰੇ ਹੋਏ ਸੀਗੇ, ਤਾਂ ਹੋਇਆ ਕਿ ਅਫਵਾਹ ਫੈਲਾਤੀ ਮਨੂਵਾਦੀਆਂ ਨੇ ਕਿ ਹੁਣ ਬਾਬਾ ਸਾਹਿਬ ਨੇ ਅੱਜ ਰਾਤ ਨੂੰ ਵੀਰੇਸ਼ਵਰ ਮੰਦਿਰ ਵਿੱਚ ਵੀ ਪ੍ਰਵੇਸ਼ ਕਰਨਾ। ਅੱਛਾ ਜੀ, ਵੀ ਦਿਨੇ ਉਹਨਾਂ ਨੇ ਪਾਣੀ ਦਾ ਤਲਾਅ ਸਾਡਾ ਭ੍ਰਿਸ਼ਟ ਕੀਤਾ ਜੀ। ਤੇ ਹੁਣ ਰਾਤ ਨੂੰ ਉਹਨਾਂ ਨੇ ਮੰਦਿਰ ਵਿੱਚ ਪ੍ਰਵੇਸ਼ ਕਰਨਾ, ਤਾਂ ਸਾਰੇ ਜਿਹੜੇ ਮਨੂਵਾਦੀ ਲੋਕ ਆ ਟਾਠੀਆਂ, ਕਿਰਪਾਨਾਂ ਲੈ ਕੇ ਆ ਗਏ। ਉਹਨਾਂ ਨੇ ਪੰਡਾਲ ਤੇ ਹਮਲਾ ਕਰ ਦਿੱਤਾ। ਜੀ, ਉਹਨਾਂ ਨੂੰ ਕਿਸੇ ਨੂੰ ਕੋਈ ਐਸੀ ਖਬਰ ਨਹੀਂ ਸੀ ਜਿਹੜੇ ਦਲਿਤ ਲੋਕ ਸੀਗੇ ਵੀ ਸਾਡੇ ਤੋਂ ਕਿੱਦਾਂ ਹਮਲਾ ਕਰੂਗਾ, ਕਿਉਂਕਿ ਸਾਰਾ ਠੀਕ ਹੋ ਗਿਆ ਸੀ। ਜੀ, ਬਹੁਤ ਲੋਕੀ ਚੱਲੀ ਸਾਹਿਬ ਉਸ ਜਿਹੜੇ ਮਹਾੜ ਅਟੈਕ ਕੀਤਾ, ਲੋਕੀ ਇੰਜਰਡ ਹੋਏ, ਜੀ। ਮਲਮ ਪੱਟੀ ਕਰਾਈ ਗਈ, ਪੁਲਿਸ ਆਈ। ਪੁਲਿਸ ਨੇ ਬਾਬਾ ਸਾਹਿਬ ਨੇ ਪੁਲਿਸ ਨੂੰ ਕਿਹਾ ਤੁਸੀਂ ਆਪਣੇ ਲੋਕਾਂ ਨੂੰ ਕੰਟਰੋਲ ਕਰੋ, ਮੈਂ ਆਪਣੇ ਲੋਕਾਂ ਨੂੰ ਕੰਟਰੋਲ ਕਰੂੰਗਾ, ਤੁਸੀਂ ਜਿਹੜੇ ਅਟੈਕ ਸਾਡੇ ਕਰਤੇ ਉਹਨਾਂ ਨੂੰ ਤੁਸੀਂ ਕੰਟਰੋਲ ਕਰੋ। ਤਾਂ ਹੋਇਆ ਕਿ ਬਾਬਾ ਸਾਹਿਬ ਨੇ 3 ਦਿਨ ਉੱਥੇ ਰਹੇ। ਜੀ। 23 ਪੁਲਿਸ ਨੇ 9 ਬੰਦੇ ਉਹ 'ਚ ਅਰੈਸਟ ਕੀਤੇ, ਜੀ। ਜਿਨ੍ਹਾਂ ਨੂੰ 5 ਨੂੰ 4-4 ਮਹੀਨੇ ਦੀ ਸਜ਼ਾ ਹੋਈ। ਜੀ, 23 ਮਾਰਚ 1927 ਨੂੰ ਬਾਬਾ ਸਾਹਿਬ ਆ ਗਏ ਉੱਥੇ, ਵਾਪਸ ਮੁੰਬਈ ਆ ਗਏ। ਜੀ, ਤਾਂ ਇਹ ਮਹਾੜ ਦਾ ਜਿਹੜੇ 5 ਬੰਦਿਆਂ ਨੂੰ 4-4 ਮਹੀਨੇ ਦੀ ਸਜ਼ਾ ਹੋਈ, ਬਾਬਾ ਸਾਹਿਬ ਨੇ ਕਿਹਾ ਇਹ ਸਜ਼ਾ ਵੀ ਤਾਂ ਹੋਈ ਹੈ ਜਿਹੜਾ ਜੱਜ ਸੀਗਾ ਉਹ ਗੈਰ ਹਿੰਦੂ ਸੀ, ਜੀ, ਤਾਂ ਸਜ਼ਾ ਹੋ ਗਈ, ਨਹੀਂ ਤਾਂ ਇਹ ਸਜ਼ਾ ਵੀ ਨਹੀਂ ਦੇਣੀ ਸੀ। ਸੋ ਅਸੀਂ ਇਹ ਬਾਬਾ ਸਾਹਿਬ ਦੇ ਉਸ ਸੰਘਰਸ਼ ਨੂੰ ਸਮਰਪਿਤ ਹੋ ਗਏ ਅੱਜ ਦਾ ਜਿਹੜਾ ਦਿਨ ਹੈਗਾ ਮਹਾੜ ਦਾ 20 ਮਾਰਚ 2016 ਚੁਣਿਆ। ਤਾਂ ਮੈਨੂੰ ਉਮੀਦ ਹੈਗਾ ਵੀ ਸਾਡੇ ਜਿਹੜੇ ਦਰਸ਼ਕ ਹੈਗੇ ਆ ਲੋਟਸ ਟੀਵੀ ਦੇ, ਉਹ ਅੱਜ ਦੀ ਜਾਣਕਾਰੀ ਤੋਂ ਉਹਨਾਂ ਨੂੰ ਕਾਫੀ ਸਿੱਖਿਆ ਮਿਲੇਗੀ। ਬਾਬਾ ਸਾਹਿਬ ਨੇ ਜੋ ਸਾਡੇ ਲਈ ਸ਼ਰਧਾਂਜਲੀ ਅਸੀਂ ਕੀਤੀ ਅੱਜ ਦੇ ਦਿਨ ਤੋਂ ਉਹਨਾਂ ਨੂੰ ਸ਼ੁਰੂ ਕਰਕੇ।
ਅੱਜ ਟਾਈਮ ਦੀ ਬਹੁਤ ਛੋਟ ਆ ਮੇਰੇ ਕੋਲ। ਮੈਨੇ ਕੁਐਸਚਨ ਤਾਂ ਬਹੁਤ ਤਿਆਰ ਕੀਤੇ ਸੀ ਤਾਂ ਕਿ ਮੈਂ ਇਹ ਚਾਹੁੰਦਾ ਸੀ ਕਿ ਸਾਡੇ ਦਰਸ਼ਕਾਂ ਨੂੰ ਪਹਿਲੇ ਦਿਨ ਹੀ ਪਤਾ ਲੱਗੇ ਕਿ ਸਾਡੀ ਪਲਾਨਿੰਗ ਕੀ ਆ, ਅਸੀਂ ਕਿਸ ਤਰ੍ਹਾਂ ਦੇ ਪ੍ਰੋਗਰਾਮ ਇੱਥੋਂ ਦਿਆ ਕਰਾਂਗੇ। ਮੈਂ ਜ਼ਿਆਦਾ ਲੰਬੀ ਚਰਚਾ ਨੂੰ ਕੱਟ ਕਰਕੇ ਤੁਹਾਡੇ ਕੋਲੋਂ ਪਹਿਲਾਂ ਇਹੀ ਗੱਲ ਪੁੱਛਦਾ ਕਿ ਬਿਰਦੀ ਸਾਹਿਬ ਸਾਡੇ ਦਰਸ਼ਕਾਂ ਨੂੰ ਦੱਸੋਗੇ ਕਿ ਲੋਟਸ ਟੀਵੀ ਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਆਇਆ ਕਰਨਗੇ? ਜੀ, ਜਿਸ ਤਰ੍ਹਾਂ ਚੱਲੀ ਜੀ ਤੁਸੀਂ ਦੱਸਿਆ ਵੀ ਅੱਜ ਉੱਥੇ ਟੀਵੀ ਚੈਨਲ ਸ਼ੋਕਾ ਚੈਨਲ ਸ਼ੁਰੂ ਹੋ ਰਿਹਾ ਜੀ। ਉਸੇ ਮਹਾੜ ਦੇ ਜਿੱਥੇ ਪਾਣੀ ਨਹੀਂ ਪੀ ਸਕਦੇ, ਉਹ ਡਾਕਟਰ ਅੰਬੇਡਕਰ ਦੇ ਨਾਂ ਤੇ ਕਾਲਜ ਵੀ ਖੁੱਲ੍ਹਾ ਹੈ ਜੀ। ਉੱਥੇ ਇੱਕ ਮੈਮੋਰੀਅਲ ਵੀ ਬਣਿਆ, ਬੜੀ ਇਤਿਹਾਸਕ ਜਗ੍ਹਾ ਦੇਖੀ ਆ ਮੈਂ, ਨਹੀਂ, ਉਹਨੂੰ ਬਹੁਤ ਵਧੀਆ। ਉਹਦੇ ਕਰਕੇ ਹੀ ਅੱਜ ਦਾ ਜਿਹੜਾ ਟੀਵੀ ਚੈਨਲ ਆ ਮਹਾੜ ਤੋਂ ਸਾਡੇ ਜਿਹੜੇ ਉਪਾਸਕ ਲੋਕ ਆ, ਬਾਬਾ ਸਾਹਿਬ ਦੇ ਸ਼ਰਧਾਲੂ ਆ, ਕਰ ਰਹੇ ਇੱਕ ਬਹੁਤ ਵੱਡੀ ਅਚੀਵਮੈਂਟ ਆ। ਮਹਾੜ ਦਾ ਸੱਤਿਆਗ੍ਰਹਿ ਇੱਕ ਬਹੁਤ ਵੱਡੀ ਸਾਡੇ ਲਈ ਦੁੱਖ ਕੱਟਣ ਵਾਲੀ ਬਾਬਾ ਸਾਹਿਬ ਨੇ ਸੰਘਰਸ਼ ਕੀਤਾ। ਮੈਂ ਰਿਕੁਐਸਟ ਕਰੂੰਗਾ ਵੀ ਆਪਣਾ ਕੁਐਸਚਨ ਫੇਰ ਰਿਪੀਟ ਕਰੂੰਗੇ। ਮੈਂ ਤੁਹਾਨੂੰ ਇਹ ਪੁੱਛਿਆ ਬਈ ਤੁਸੀਂ ਦੱਸੋਗੇ ਆ ਜਿਹੜਾ ਲੋਟਸ ਟੈਲੀਵਿਜ਼ਨ ਤੁਸੀਂ ਅੱਜ ਖੋਲ੍ਹਿਆ ਇਸ ਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਆਇਆ ਕਰਨਗੇ? ਜੀ, ਇਹ ਜਿਹੜਾ ਲੋਟਸ ਚੈਨਲ ਹੈਗਾ, ਜਿਹੜਾ ਸਕਾਈ ਚੈਨਲ 799 ਤੋਂ ਰਿਲੇ ਹੋ ਰਿਹਾ DM ਗਲੋਬਲ ਦੇ ਮਾਧਿਅਮ ਤੋਂ, ਇਹਦੇ ਵਿੱਚ ਮੇਨਲੀ ਸਾਡਾ ਜਿਹੜਾ ਪ੍ਰਾਇਮਰੀ ਸਾਡਾ ਬੇਸਿਕ ਜਿਹੜਾ ਕਨਸੈਪਟ ਹੋਊਗਾ ਉਹ ਟੂ ਸਪਰੈਡ ਦਾ ਬੁੱਧਿਜ਼ਮ ਐਂਡ ਟੂ ਪ੍ਰੋਪੋਗੇਟ ਦਾ ਮਿਸ਼ਨ ਆਫ ਬਾਬਾ ਸਾਹਿਬ। ਜੀ। ਸਾਡਾ ਬੇਸ ਇਹ ਹੋਏਗਾ ਜੀ। ਵੀ ਭਗਵਾਨ ਬੁੱਧ ਦਾ ਧਰਮ ਉਹਦਾ ਸਾਡੇ ਲਰਨਡ ਮੌਂਕਸ ਪੂਜੀਏ ਮੌਂਕਸ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਭਿਕਸ਼ੂ ਲੋਕਾਂ ਨੂੰ ਬੰਤੇਜ ਨੂੰ ਲਿਆ ਕੇ ਉਹ ਭਗਵਾਨ ਬੁੱਧ ਦੇ ਧਰਮ ਬਾਰੇ ਦੱਸਣਗੇ। ਔਰ ਜਿਹੜੇ ਅਸੀਂ ਲੋਕ ਉਪਾਸਕ ਲੋਕ ਹੈਗੇ ਆ ਬਾਬਾ ਸਾਹਿਬ ਦੇ ਮਿਸ਼ਨ ਬਾਰੇ ਅਸੀਂ ਪ੍ਰਚਾਰ ਪ੍ਰਸਾਰ ਦੱਸਾਂਗੇ। ਵੀ ਇਹਦੇ ਵਿੱਚ ਇਹ ਹੈਗਾ ਵੀ ਅੱਜ ਕੱਲ੍ਹ ਹਾਲਾਤ ਇਹ ਹੋਏ ਆ ਵੀ ਬਾਬਾ ਸਾਹਿਬ ਇਸ ਵੇਲੇ ਭਾਰਤ ਦੇ ਸਭ ਤੋਂ ਨੰਬਰ 1 ਇੱਕ ਲੀਡਰ ਬਣ ਚੁੱਕੇ ਆ ਜੀ। ਹਰੇਕ ਪੋਲੀਟੀਕਲ ਪਾਰਟੀ, ਹਰੇਕ ਗਰੁੱਪ, ਹਰੇਕ ਸੰਸਥਾ, ਹਰੇਕ ਪੀਪਲ ਜਿਹੜੇ ਹੈਗੇ ਆ NGO ਬਾਬਾ ਸਾਹਿਬ ਦਾ ਨਾਂ ਆਪਣੇ ਨਾਲ ਅਟੈਚ ਕਰਨਾ ਚਾਹੁੰਦੇ ਆ ਜੀ। ਪਰ ਉਹਦੇ ਵਿੱਚ ਹੈਗੇ ਉਹ ਆਪਣੇ ਆਪਣੇ ਹਿਸਾਬ ਨਾਲ ਆਪਣੇ ਸੈਲਫਿਸ਼ ਮੋਟਿਵ ਦੇ ਨਾਲ ਬਾਬਾ ਸਾਹਿਬ ਦਾ ਮਿਸ਼ਨ ਤਰੋੜ ਮਰੋੜ ਕੇ ਆਪਣੇ ਡਿਲੂਟ ਕਰਕੇ ਉਹ ਪੇਸ਼ ਕਰ ਰਹੇ ਆ। ਸਾਡਾ ਲੋਟਸ ਟੀਵੀ ਤੋਂ ਇਹ ਹੋਊਗਾ, ਐਫਰਟਸ ਹੋਣਗੇ, ਕੋਸ਼ਿਸ਼ ਹੋਊਗੀ ਕਿ ਬਾਬਾ ਸਾਹਿਬ ਦਾ ਜਿਹੜਾ ਸਹੀ ਮੈਸੇਜ ਹੈਗਾ ਜੋ ਬਾਬਾ ਸਾਹਿਬ ਭਗਵਾਨ ਬੁੱਧ ਦਾ ਮਿਸ਼ਨ ਨੂੰ ਅਪਣਾਉਣਾ ਚਾਹੁੰਦੇ ਸੀ, ਕਿੱਦਾਂ ਭਾਰਤ ਨੂੰ ਇੱਕ ਪ੍ਰਬੁੱਧ ਭਾਰਤ ਬਣਾਉਣਾ, ਦੇਸ਼ ਬਣਾਉਣਾ ਚਾਹੁੰਦੇ ਸੀ, ਉਹਨਾਂ ਦਾ ਅਸਲੀ ਦੂਰਦਰਸ਼ਤਾ ਕੀ ਸੀ ਉਹਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ। ਇਹ ਸਾਡੇ ਦੋ ਪ੍ਰਾਇਮਰੀ ਬੇਸਿਕ ਸਾਡੇ ਕਨਸੈਪਟ ਹੋਣਗੇ। ਇਹਨਾਂ ਤੋਂ ਇਲਾਵਾ ਲੋਟਸ ਟੀਵੀ ਤੇ ਅਸੀਂ ਜੋ ਸਾਡੇ ਡੇ ਟੂ ਡੇ ਸੋਸ਼ਲ ਇਕਨੋਮਿਕ ਐਸਪੈਕਟ ਹੈਗੀ ਆ ਸਾਡੇ ਸਮਾਜ ਨੂੰ ਇੱਥੇ ਜਾਂ ਭਾਰਤ ਦੇ ਵਿੱਚ ਜੋ ਮੁਸ਼ਕਲਾਂ ਆਉਂਦੀਆਂ, ਚਾਹੇ ਉਹ ਮੁਸ਼ਕਲਾਂ ਗੌਰਮੈਂਟ ਵੱਲੋਂ ਆਉਣ ਜਾਂ ਦੂਸਰੀਆਂ ਕਮਿਊਨਿਟੀਜ਼ ਵੱਲੋਂ ਆਉਣ, ਉਹਨੂੰ ਅਸੀਂ ਪ੍ਰੋਬਲਮ ਨੂੰ ਹਾਈਲਾਈਟ ਕਰਾਂਗੇ, ਉਹਨਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ। ਔਰ ਜਿੱਥੇ ਤੱਕ ਸਾਡੀ ਕੋਸ਼ਿਸ਼ ਹੈਗੀ ਉਹਨਾਂ ਦੀ ਹੈਲਪ ਕਰਨ ਦੀ ਚੈਨਲ ਲੱਭਾਂਗੇ ਵੀ ਕਿੱਦਾਂ ਉਹਨਾਂ ਦੀ ਹੈਲਪ ਕੀਤੀ ਜਾਵੇ ਹੈਗੇ ਆ। ਮੋਰ ਓਵਰ ਇਹਦੇ ਵਿੱਚ ਅਸੀਂ ਜੋ ਇੱਥੇ ਦੇ ਯੂਥ ਹੈਗੇ ਆ, ਯੰਗਸਟਰ ਹੈਗੇ, ਮੁੰਡੇ ਕੁੜੀਆਂ ਸਾਡੇ ਸਟੂਡੈਂਟ ਇੰਗਲੈਂਡ ਦੇ ਵਿੱਚ, ਯੂਰਪ ਦੇ ਵਿੱਚ, ਉਹਨਾਂ ਨੂੰ ਵੀ ਅਸੀਂ ਇੱਕ ਸਪੈਸ਼ਲ ਇਹਦੇ ਵਿੱਚ ਇਨਵੋਲਵ ਕਰਾਂਗੇ ਹੈਗੇ ਤਾਂ ਕਿ ਉਹ ਜਿਹੜੀਆਂ ਪ੍ਰੋਬਲਮ ਉਹਨਾਂ ਨੂੰ ਆ ਰਹੀਆਂ ਹੈਗੀਆਂ ਉਹ ਆ ਕੇ ਆਪਣੇ ਲੋਟਸ ਟੀਵੀ ਦੇ ਮਾਧਿਅਮ ਤੋਂ ਲੋਕਾਂ ਨੂੰ, ਆਪਣੇ ਸਾਥੀਆਂ ਨੂੰ, ਕੁਲੀਗ ਨੂੰ ਦੱਸ ਸਕਣ ਵੀ ਉਹ ਕੀ ਚਾਹੁੰਦੇ ਹੈਗੇ ਆ। ਇਹ ਬੇਸਿਕਲੀ ਜਿਹੜਾ ਬ੍ਰੌਡ ਕਨਸੈਪਟ ਹੈਗਾ ਲੋਟਸ ਟੀਵੀ ਦਾ, ਇਹ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਵਿਊਅਰਸ ਨੂੰ ਪ੍ਰੋਗਰਾਮ ਦੇਣ ਦੀ। ਜਿਸ ਤਰ੍ਹਾਂ ਕਿ ਬਿਰਦੀ ਸਾਹਿਬ ਨੇ ਦੱਸਿਆ, ਅੱਜ ਸਾਡੇ ਕੋਲ ਟਾਈਮ ਬਹੁਤ ਘੱਟ ਆ ਕਿਉਂਕਿ ਅਸੀਂ ਵੱਧ ਤੋਂ ਵੱਧ ਇਨਫੋਰਮੇਸ਼ਨ ਜਿਹੜੀ ਆ ਆਪਣੇ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਸੀ, ਕਿਉਂਕਿ ਜਦੋਂ ਕੋਈ ਨਵਾਂ ਟੈਲੀਵਿਜ਼ਨ ਖੁੱਲ੍ਹਦਾ ਆ ਤਾਂ ਲੋਕਾਂ ਨੂੰ ਇਹ ਹੁੰਦਾ ਕਿ ਸਾਨੂੰ ਪਤਾ ਲੱਗੇ ਕਿ ਇੱਥੋਂ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਸਾਨੂੰ ਮਿਲਿਆ ਕਰੇਗੀ। ਮੇਰੇ ਕੁਐਸਚਨ ਤਾਂ ਅੱਧਿਓਂ ਵੀ ਘੱਟ ਮੇਰੇ ਕੋਲੋਂ ਪੁੱਛ ਹੋਏ ਆ ਕਿਉਂਕਿ ਟਾਈਮ ਜਿਹੜਾ ਉਹ ਆਪਣੀ ਤੁਰਿਆ ਜਾਂਦਾ ਹੈ। ਇਸ ਕਰਕੇ ਜਿਹੜੀਆਂ ਬਾਕੀ ਦੀਆਂ ਗੱਲਾਂ, ਜਿਹੜਾ ਅੱਗੇ ਸਾਡਾ ਬੁੱਧਵਾਰ ਦਾ ਪ੍ਰੋਗਰਾਮ ਹੋਵੇਗਾ, ਅਸੀਂ ਉਸ ਦੇ ਵਿੱਚ ਕਰਾਂਗੇ ਔਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਕਿ ਸਾਡਾ ਏਮ ਕੀ ਹੈ। ਅਸੀਂ ਇਹ ਜਿਹੜਾ ਲੋਟਸ ਟੈਲੀਵਿਜ਼ਨ ਚਲਾਇਆ ਹੈ ਇਹਨੂੰ ਅਸੀਂ ਕਿਸ ਤਰੀਕੇ ਨਾਲ ਯੂਟੀਲਾਈਜ਼ ਕਰਨਾ ਹੈ ਔਰ ਸਾਡੇ ਸਮਾਜ ਨੂੰ ਇੱਥੋਂ ਕਿਹੜੀਆਂ ਉਪਲਬਧੀਆਂ ਮਿਲ ਸਕਦੀਆਂ ਆ। ਅਸੀਂ ਜੋ ਸਾਡਾ ਸਮਾਜ ਹੈ ਉਹ ਪੂਰਾ ਹਾਲੇ ਐਜੂਕੇਟਡ ਸਮਾਜ ਨਹੀਂ ਹੈ, ਲੇਕਿਨ ਅਸੀਂ ਉਹਨਾਂ ਨੂੰ ਲੋਟਸ ਟੈਲੀਵਿਜ਼ਨ ਦੇ ਮਾਧਿਅਮ ਤੋਂ ਬਾਬਾ ਸਾਹਿਬ ਦੀ ਜੋ ਅਸਲੀ ਸੋਚ ਸੀ, ਲਾਰਡ ਬੁੱਧਾ ਦੀ ਜੋ ਅਸਲੀ ਸੋਚ ਹੈ,
ਉਸ ਤੋਂ ਅਸੀਂ ਇੱਥੋਂ ਜਾਣੂ ਕਰਵਾਵਾਂਗੇ, ਕਿਉਂਕਿ ਮੈਂ ਵੀ ਪੰਜਾਬ ਤੋਂ ਹਾਂ। ਮੈਨੇ ਇਹ ਮਹਿਸੂਸ ਕੀਤਾ ਹੈ ਅੱਜ ਤੱਕ ਕਿ ਧਾਰਮਿਕ ਤੌਰ ਤੇ ਜਦੋਂ ਵੀ ਲਾਰਡ ਬੁੱਧਾ ਦੇ ਨਾਂ ਆਉਂਦਾ ਹੈ ਤਾਂ ਲੋਕਾਂ ਨੂੰ ਪਤਾ ਨਹੀਂ ਕੀ ਸੱਪ ਲੜ ਜਾਂਦਾ। ਉਹ ਇਹ ਜਾਣਨਾ ਹੀ ਨਹੀਂ ਚਾਹੁੰਦੇ ਕਿ ਲਾਰਡ ਬੁੱਧਾ ਦੀ ਜਿਹੜੀ ਫਿਲਾਸਫੀ ਆ ਉਹ ਕੀ ਆ। ਇਸ ਕਰਕੇ ਅਸੀਂ ਸਾਰੇ ਸਮਾਜ ਨੂੰ ਇਹ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਦੁਨੀਆ ਦੇ ਵਿੱਚ ਅਗਰ ਕੋਈ ਰਿਐਲਿਟੀ ਦਾ ਧਰਮ ਹੈ ਜਿਹਦੇ ਨਾਲ ਸਮਾਜ ਦੇ ਵਿੱਚ ਚੰਗੇ ਸੁਧਾਰ ਲਿਆਏ ਜਾ ਸਕਦੇ ਆ, ਜਿਹਦੇ ਵਿੱਚ ਆਪਣੀ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਜੀਆ ਜਾ ਸਕਦਾ ਹੈ, ਉਹ ਅਸੀਂ ਇਸ ਚੈਨਲ ਤੋਂ ਤੁਹਾਨੂੰ ਸਾਰਿਆਂ ਨੂੰ ਜਾਣੂ ਕਰਵਾਵਾਂਗੇ। ਜੋ ਤਥਾਗਤ ਬੁੱਧ ਦੀ ਅਸਲੀ ਫਿਲਾਸਫੀ ਹੈ ਅਸੀਂ ਉਹਦੇ ਤੋਂ ਤੁਹਾਨੂੰ ਜਾਣੂ ਕਰਾਵਾਂਗੇ। ਐਵੇਂ ਲੋਕਾਂ ਨੇ ਜਿਹੜਾ ਹਊਆ ਬਣਾ ਕੇ ਪੇਸ਼ ਕੀਤਾ ਹੋਇਆ ਹੈ ਉਸ ਹਊਏ ਨੂੰ ਅਸੀਂ ਖ਼ਤਮ ਕਰਾਂਗੇ। ਸੋ ਅੱਜ ਦਾ ਜੋ ਪ੍ਰੋਗਰਾਮ ਹੈ ਉਹ ਅਸੀਂ ਇੱਥੇ ਹੀ ਖ਼ਤਮ ਕਰਨ ਜਾ ਰਹੇ ਹਾਂ, ਕਿਉਂਕਿ ਅੱਜ ਦਾ ਜੋ ਟਾਈਮ ਹੈ ਉਹ ਖ਼ਤਮ ਹੋ ਗਿਆ ਹੈ। ਬੁੱਧਵਾਰ ਨੂੰ 5 ਤੋਂ 6 ਵਜੇ ਦੇ ਨਾਲ ਫਿਰ ਆਪ ਜੀ ਦੇ ਨਾਲ ਫਿਰ ਮੁਲਾਕਾਤ ਹੋਵੇਗੀ। ਇਹਨਾਂ ਸ਼ਬਦਾਂ ਦੇ ਨਾਲ ਹੀ ਨਮੋ ਬੁੱਧਾ, ਜੈ ਭੀਮ, ਜੈ ਭਾਰਤ।